ਇਹਨਾਂ ਨੇ ਪੰਜਾਬ ਦੀ ਇੱਕ ਬਹੁਤ ਇੱਕ ਪ੍ਰੋ ਪੰਜਾਬ ਤਸਵੀਰ ਪੇਸ਼ ਕੀਤੀ ਲੋਕਾਂ ਦੀ ਕਚਹਿਰੀ ਵਿੱਚ। ਉਹਦੇ 'ਚ ਇਹਨਾਂ ਦਾ ਬਹੁਤ ਵੱਡਾ ਚਿਹਰਾ ਬੇਨਕਾਬ ਹੋਇਆ ਹੈ। ਭਗਵੰਤ ਮਾਨ ਦੀਆਂ ਵੀਡੀਓਜ਼ ਆਈਆਂ ਸੋਸ਼ਲ ਮੀਡੀਆ ਦੇ ਉੱਤੇ, ਜਦੋਂ ਆਪੋਜੀਸ਼ਨ ਸੀਗਾ ਇਹ ਗੱਲ ਕਰ ਰਿਹਾ ਕਿ ਬਹੁਤ ਜ਼ਹਿਰ ਫੈਲ ਰਿਹਾ, ਫੈਕਟਰੀਆਂ ਦੇ ਨਾਮ ਵੀ ਲੈਂਦਾ ਵਾ। ਤੇ ਹੁਣ ਜੇ ਜ਼ੀਰੇ ਵਾਲੇ ਕੀ ਕਰ ਰਹੇ ਨੇ, ਉਹਨਾਂ ਦਾ ਕਿਹੜਾ ਕੋਈ ਜ਼ਾਤੀ ਕੰਮ ਹੈ ਜਿਹੜੇ ਪ੍ਰੋਟੈਸਟ ਕਰ ਰਹੇ ਨੇ। ਉਹ ਤਾਂ ਕਹਿੰਦੇ ਨੇ ਕਿ ਜੀ ਆ ਜਿਹੜੀ ਫੈਕਟਰੀ ਲੱਗੀ ਹੋਈ ਆ ਇਹਦੇ ਕਰਕੇ ਸਾਡੇ ਇਲਾਕੇ ਦੇ ਵਿੱਚ ਪ੍ਰਦੂਸ਼ਿਤ ਪਾਣੀ ਆ ਰਿਹਾ ਵਾ, ਪ੍ਰਦੂਸ਼ਿਤ ਆਬੋ ਹਵਾ ਆ ਰਹੀ ਆ, ਸਾਡੇ ਬੱਚੇ ਬਿਮਾਰ ਹੋ ਰਹੇ ਨੇ, ਜ਼ਹਿਰ ਫੈਲ ਰਿਹਾ, ਫਸਲਾਂ ਖਰਾਬ ਹੋ ਰਹੀਆਂ, ਪਸ਼ੂ ਮਰ ਰਹੇ ਨੇ। ਤੇ ਹੁਣ ਭਗਵੰਤ ਸਿੰਘ ਮਾਨ ਉੱਤੇ ਕੰਡੇ ਵਾਲੀ ਤਾਰ ਲਾ ਰਿਹਾ ਵਾ, ਬੰਦਿਆਂ ਨੂੰ ਅਰੈਸਟ ਕਰ ਰਿਹਾ ਵਾ, ਜੁਰਮਾਨਾ ਵੀ ਨਹੀਂ, ਬੰਦੇ ਅਰੈਸਟ ਕਰਕੇ ਜੇਲ੍ਹ ਭੇਜਦੇ ਨੇ। 40 ਬੰਦੇ ਉਹਨਾਂ ਦੀ ਜ਼ਮਾਨਤ ਹੋਈ ਹੈ, ਫਰਜ਼ੀ ਬੰਦੇ ਸੀਗੇ, ਤਾਂ ਹੀ ਮੈਂ ਇਹਨਾਂ ਦਾ ਨਾਮ ਕਿਤੇ ਕਿਤੇ ਫਰਜ਼ੀ ਇਨਕਲਾਬੀ ਕਹਿੰਦਾ। ਦੂਸਰਾ ਮਸਲਾ ਬੇਅਦਬੀ ਦਾ ਆ ਗਿਆ, ਉਹ ਵੀ ਮੋਰਚਾ ਲੱਗਿਆ। ਸੁਖਰਾਜ ਸਿੰਘ ਬੈਠਾ ਪਿਛਲੇ 3-4 ਮਹੀਨਿਆਂ ਤੋਂ, ਇਹ ਕਹਿੰਦੇ ਸੀ ਅਸੀਂ 24 ਘੰਟਿਆਂ 'ਚ ਮਸਲਾ ਹੱਲ ਕਰਾਂਗੇ ਕੇਜਰੀਵਾਲ। ਫਿਰ ਇਹਨਾਂ ਦਾ ਸਪੀਕਰ ਗਿਆ ਉੱਥੇ ਕੱਟ ਦੇ ਵਿੱਚ ਕਹਿ ਕੇ ਆਇਆ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਮਹੀਨੇ 1.5 ਮਹੀਨੇ ਦੇ ਵਿੱਚ ਤੁਹਾਨੂੰ ਪੱਕਾ ਇਨਸਾਫ ਲੈ ਕੇ ਦਊਂਗਾ। ਉਹ ਮਹੀਨਾ 1.5 2 ਮਹੀਨੇ ਵੀ ਲੰਘ ਚੁੱਕੇ ਨੇ। ਬੈਠੇ ਆ ਸਰਕਾਰਾਂ, ਉਹਨਾਂ ਦਾ ਕੰਮ ਹੈਗਾ ਸੋਸ਼ਲ ਵੈਲਫੇਅਰ, ਘੱਟੋ ਘੱਟ ਰੋਟੀ, ਕੱਪੜਾ ਤੇ ਮਕਾਨ। ਉਹ ਜਿਨ੍ਹਾਂ ਦੇ ਮਕਾਨ ਬਣੇ ਸੀ ਲਤੀਫਪੁਰੇ ਜਲੰਧਰ, 70 ਸਾਲਾਂ ਦੇ ਰਹਿ ਰਹੇ ਸੀਗੇ, ਉਹਨਾਂ ਨੂੰ ਕੋਈ ਦੱਸਿਆ ਨਹੀਂ, ਪੁੱਛਿਆ ਨਹੀਂ, ਕੋਈ ਸਮਾਂ ਨਹੀਂ ਦਿੱਤਾ, ਚੱਕ ਕੇ ਬੁਲਡੋਜ਼ਰ ਨਾਲ ਢਾਹ ਦਿੱਤੇ। ਉਹਦੇ ਜੱਜਸ ਨੂੰ ਇਹ ਰਿਪਰੈਜ਼ੈਂਟ ਹੀ ਨਹੀਂ ਕਰ ਸਕੇ, ਗਰੀਬ ਬੰਦੇ ਸੀਗੇ। ਗਵਰਨਮੈਂਟ ਪੇਸ਼ ਹੁੰਦੀ ਜੀ ਕਿ ਤੁਹਾਡੇ ਤੋਂ ਇੱਕ ਆਰਡਰ ਗਲਤ ਹੋ ਗਿਆ ਵਾ, ਦਿਸ ਇਜ਼ ਅ ਹਿਊਮੈਨਿਟੇਰੀਅਨ ਗਰਾਊਂਡ, ਇਹਦੇ ਤੇ ਅਸੀਂ ਬੰਦਿਆਂ ਨੂੰ ਇੱਕ ਤਾਂ ਸਾਨੂੰ ਟਾਈਮ ਦਿਓ, ਇੱਕ ਅਸੀਂ ਇਹਨਾਂ ਨੂੰ ਰੀਹੈਬਿਲਿਟੇਟ ਕਰ ਲਈਏ। ਮੈਂ ਨਾਮ ਭੁੱਲ ਗਿਆ ਉਸ ਜੰਗਲ ਦਾ ਜਿਹੜਾ ਲੁਧਿਆਣੇ ਸੀਗਾ, ਆਮ ਜਸਟ ਫੋਰਗੇਟਿੰਗ, ਆਪਾਂ ਨੂੰ ਯਾਦ ਆ ਜੂ ਡਿਊ ਕੋਰਸ ਵਿੱਚ। ਉਸ ਜੰਗਲ ਦੇ ਵਿਰੋਧ ਵਿੱਚ ਵੀ ਆਪ ਮੁਹਾਰੇ ਜਨਤਾ ਉੱਥੇ ਪਹੁੰਚ ਗਈ ਤੇ ਇਹਨਾਂ ਨੂੰ ਆਪਣੀ ਉਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਕਿ ਅਸੀਂ ਟੈਕਸਟਾਈਲ ਪਾਰਕ ਲਾਉਣਾ, ਉਹ ਵਾਪਸ ਲੈਣਾ ਪਿਆ। ਇਦਾਂ ਹੀ ਹੁਣ ਸਾਰੇ ਬਾਕੀ ਧਰਨਿਆਂ ਦੇ ਉੱਤੇ ਵੀ ਹੋ ਰਿਹਾ ਵਾ ਕਿ ਉੱਥੇ ਆਮ ਜਨਤਾ ਵਿਰੋਧ ਕਰ ਰਹੀ ਹੈ। ਪਰ ਮੈਂ ਆਪਣੀ ਪਾਰਟੀ ਦੇ ਵਿੱਚ ਕਹਿ ਰਿਹਾ ਦੁਬਾਰਾ ਕਿ ਅਗਰ ਤੁਸੀਂ ਸਹੀ ਮਾਇਨਿਆਂ 'ਚ ਆਪੋਜੀਸ਼ਨ ਹੋ ਤਾਂ ਫਿਰ ਤੁਹਾਨੂੰ ਉੱਥੇ ਜ਼ਮੀਨ ਤੇ ਜਾ ਕੇ ਗਰਾਊਂਡ ਜ਼ੀਰੋ ਤੇ ਪ੍ਰੋਟੈਸਟ ਕਰਨਾ ਪੈਣਾ। ਜਿਹੜਾ ਕਿਸਾਨਾਂ ਦਾ ਅੰਦੋਲਨ ਹੋਇਆ, ਉਹਨਾਂ ਨੇ ਸਿਖਾਇਆ ਕਿ 1.25 ਸਾਲ ਬੈਠੇ ਅਸੀਂ। ਹੁਣ ਤੁਸੀਂ ਦੇਖੋ ਲਤੀਫਪੁਰੇ ਪੱਕਾ ਬੈਠ ਗਏ ਨੇ, ਜ਼ੀਰੇ ਫੈਕਟਰੀ ਪਰ ਪੱਕਾ ਬੈਠ ਗਏ ਨੇ। ਸੋ ਪੋਲੀਟੀਕਲ ਪਾਰਟੀਜ਼ ਵਿਲ ਹੈਵ ਟੂ ਅਮੈਂਡ ਦੇ ਸਟਾਈਲ ਆਫ ਵਰਕਿੰਗ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਕਤ ਵੱਖ-ਵੱਖ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ। ਆਮ ਆਦਮੀ ਪਾਰਟੀ ਨੂੰ ਵੀ ਲੰਮਾ ਸਮਾਂ ਹੋ ਗਿਆ, ਬਹੁਤ ਸਾਰੇ ਮਸਲਿਆਂ ਦੇ ਹੱਲ ਉਹਨਾਂ ਨੇ ਕਿਹਾ ਸੀਗਾ ਕਿ ਸਮਾਵਧੀ ਕਰ ਦੇਵਾਂਗੇ, ਪਰ ਹਾਲੇ ਵੀ ਧਰਨੇ ਤੇ ਸੰਘਰਸ਼ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦੇਖਣ ਨੂੰ ਮਿਲ ਰਿਹਾ। ਸਾਡੇ ਨਾਲ ਅੱਜ ਸੁਖਪਾਲ ਸਿੰਘ ਖਹਿਰਾ ਨੇ ਵੱਖ-ਵੱਖ ਮਸਲਿਆਂ ਤੇ ਗੱਲਬਾਤ ਕਰਨੀ, ਕਿਉਂਕਿ ਹਾਲ ਹੀ ਦੇ ਵਿੱਚ ਅਜਿਹੇ ਮਸਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਜਿਨ੍ਹਾਂ ਦੇ ਹੱਲ ਸਰਕਾਰ ਨਹੀਂ ਕਰਵਾ ਪਾ ਰਹੀ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਹਾਲਾਤ ਨੇ ਇਸ ਵੇਲੇ, ਲੱਗਦਾ ਸੀ ਕਿ ਆਮ ਆਦਮੀ ਪਾਰਟੀ ਬਣੂਗੀ ਤਾਂ ਬਹੁਤ ਸਾਰੇ ਮਸਲਿਆਂ ਦੇ ਹੱਲ ਸਮਾਵਧੀ ਹੋ ਜਾਣਗੇ, ਪਰ ਵੱਖ-ਵੱਖ ਥਾਵਾਂ ਤੇ ਸੰਘਰਸ਼ ਚੱਲ ਰਹੇ ਨੇ। ਹਾਂ, ਦੇਖੋ ਗੱਲ ਇਹ ਆ ਕਿ ਲੋਕਾਂ ਨੇ ਵੋਟਾਂ ਤਾਂ ਇਸੇ ਸੋਚ ਕੇ ਨਾਲ ਪਾਈਆਂ ਸੀਗੀਆਂ, ਕਿਉਂਕਿ ਇਹਨਾਂ ਨੇ ਜਦੋਂ ਆਪੋਜੀਸ਼ਨ ਵਿੱਚ ਸੀ ਭਗਵੰਤ ਮਾਨ ਜਾਂ ਹੋਰ ਕੇਜਰੀਵਾਲ ਵਗੈਰਾ, ਜਦੋਂ ਇਹਨਾਂ ਨੇ ਪੰਜਾਬ ਦੀ ਇੱਕ ਬਹੁਤ ਇੱਕ ਪ੍ਰੋ ਪੰਜਾਬ ਤਸਵੀਰ ਪੇਸ਼ ਕੀਤੀ ਲੋਕਾਂ ਦੀ ਕਚਹਿਰੀ ਵਿੱਚ ਕਿ ਅਸੀਂ ਤੁਹਾਡੇ ਨਾਲ ਹਾਂ। ਲੇਕਿਨ ਜਿਹੜਾ ਮੇਜਰ ਸ਼ਿਫਟ ਇਹਨਾਂ ਦਾ ਜਿਹੜਾ ਪਿਛਲੇ 1 ਸਾਲ ਹੁਣ ਸਾਲ ਹੋ ਚੱਲਿਆ ਤਕਰੀਬਨ ਸਰਕਾਰ ਨੂੰ, ਉਹਦੇ 'ਚ ਇਹਨਾਂ ਦਾ ਬਹੁਤ ਵੱਡਾ ਚਿਹਰਾ ਬੇਨਕਾਬ ਹੋਇਆ ਹੈ। ਮਤਲਬ ਇਹ ਬਿਲਕੁਲ ਆਪਣੇ ਸਾਰੇ ਪੁਰਾਣੀ ਵਿਚਾਰਧਾਰਾ ਤੋਂ ਭੱਜ ਗਏ ਨੇ। ਮਿਸਾਲ ਦੇ ਤੌਰ ਤੇ ਆ ਜ਼ੀਰੇ ਦੀ ਫੈਕਟਰੀ ਦਾ ਚੱਲ ਰਿਹਾ ਮਸਲਾ, ਜ਼ਹਿਰੀਲੇ ਪਾਣੀਆਂ ਦਾ, ਇਹ ਬੜਾ ਇੰਪੋਰਟੈਂਟ ਇਸ਼ੂ ਆ, ਕਿਉਂਕਿ ਇਸ ਤਰ੍ਹਾਂ ਦੀਆਂ ਜਿੰਨੀਆਂ ਡਿਸਟਿਲਰੀਆਂ ਲੱਗੀਆਂ ਪੰਜਾਬ ਜਾਂ ਮੇਜਰ ਇੰਡਸਟਰੀਜ਼, ਉਹਨਾਂ ਦਾ ਜਿਹੜਾ ਸਹੀ ਮਾਇਨਿਆਂ 'ਚ ਉਹਨਾਂ ਨੂੰ ਜਿਹੜਾ ਇੰਟਰਨੈਸ਼ਨਲ ਸਟੈਂਡਰਡਸ ਦੇ ਹਿਸਾਬ ਨਾਲ ਆਪਣੇ ਪੋਲਿਊਟੈਂਟਸ ਨੂੰ ਟਰੀਟ ਕਰਨਾ ਚਾਹੀਦਾ, ਚਾਹੇ ਉਹ ਜ਼ਹਿਰੀਲਾ ਪਾਣੀ ਆ, ਚਾਹੇ ਉਹ ਉੱਥੋਂ ਦੀ ਆਬੋ ਹਵਾ ਵਾ। ਉਹ ਕਰਦੇ ਨੇਗੇ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨਾਲ ਰਲ ਕੇ ਪੈਸੇ ਪੂਸੇ ਦੇ ਕੇ, ਤੇ ਉਹ ਜਿਹੜਾ ਗੰਦਮੰਦ ਆ ਸਾਰਾ ਆਪਣੇ ਹੀ ਪ੍ਰੈਮਿਸਿਸ ਵਿੱਚ ਵੱਡੇ ਵੱਡੇ ਬੋਰ ਕੱਢ ਕੇ ਜ਼ਮੀਨ 'ਚ ਧੱਕ ਦਿੰਦੇ ਨੇ। ਉਹਦਾ ਇਫੈਕਟ ਪੰਜਾਬ ਦੇ ਪਿੰਡਾਂ 'ਚ ਲਾਗੇ ਬੰਨੇ ਬਹੁਤ ਜ਼ਹਿਰ ਫੈਲ ਰਿਹਾ, ਕੈਂਸਰ, ਹੈਪੇਟਾਈਟਸ, ਕਾਲਾ ਗੁਰਦੇ ਖਰਾਬ। ਹੁਣ ਭਗਵੰਤ ਮਾਨ ਦੀਆਂ ਵੀਡੀਓਜ਼ ਆਈਆਂ ਸੋਸ਼ਲ ਮੀਡੀਆ ਦੇ ਉੱਤੇ, ਜਦੋਂ ਆਪੋਜੀਸ਼ਨ ਸੀਗਾ ਇਹ ਗੱਲ ਕਰ ਰਿਹਾ ਕਿ ਬਹੁਤ ਜ਼ਹਿਰ ਫੈਲ ਰਿਹਾ, ਫੈਕਟਰੀਆਂ ਦੇ ਨਾਮ ਵੀ ਲੈਂਦਾ ਵਾ ਕਿ ਬਹੁਤ ਅਸੀਂ ਕਦੀ ਹੋਣ ਹੀ ਨਹੀਂ ਦਿਆਂਗੇ। ਤੇ ਹੁਣ ਜੇ ਜ਼ੀਰੇ ਵਾਲੇ ਕੀ ਕਰ ਰਹੇ ਨੇ, ਉਹਨਾਂ ਦਾ ਕਿਹੜਾ ਕੋਈ ਜ਼ਾਤੀ ਕੰਮ ਹੈ ਜਿਹੜੇ ਪ੍ਰੋਟੈਸਟ ਕਰ ਰਹੇ ਨੇ। ਉਹ ਤਾਂ ਕਹਿੰਦੇ ਨੇ ਕਿ ਜੀ ਆ ਜਿਹੜੀ ਫੈਕਟਰੀ ਲੱਗੀ ਹੋਈ ਆ ਇਹਦੇ ਕਰਕੇ ਸਾਡੇ ਇਲਾਕੇ ਦੇ ਵਿੱਚ ਪ੍ਰਦੂਸ਼ਿਤ ਪਾਣੀ ਆ ਰਿਹਾ ਵਾ, ਪ੍ਰਦੂਸ਼ਿਤ ਆਬੋ ਹਵਾ ਆ ਰਹੀ ਆ, ਸਾਡੇ ਬੱਚੇ ਬਿਮਾਰ ਹੋ ਰਹੇ ਨੇ, ਜ਼ਹਿਰ ਫੈਲ ਰਿਹਾ, ਫਸਲਾਂ ਖਰਾਬ ਹੋ ਰਹੀਆਂ, ਪਸ਼ੂ ਮਰ ਰਹੇ ਨੇ। ਤੇ ਹੁਣ ਭਗਵੰਤ ਸਿੰਘ ਮਾਨ ਉੱਤੇ ਕੰਡੇ ਵਾਲੀ ਤਾਰ ਲਾ ਰਿਹਾ ਵਾ, ਬੰਦਿਆਂ ਨੂੰ ਅਰੈਸਟ ਕਰ ਰਿਹਾ ਵਾ,
ਉਹਨਾਂ ਦੀ ਜ਼ਮੀਨਾਂ ਦੇ ਵੇਰਵਾ ਲੈ ਰਹੇ ਨੇ ਕਿ ਇਹਨਾਂ ਦੀ ਜ਼ਮੀਨਾਂ ਕੁਰਕ ਕਰਾਂਗੇ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ। ਸੋ ਵਾਟ ਇਜ਼ ਦਿਸ? ਜੁਰਮਾਨਾ ਵੀ ਭਰਿਆ ਜਾ ਰਿਹਾ। ਜੁਰਮਾਨਾ ਵੀ ਨਹੀਂ, ਬੰਦੇ ਅਰੈਸਟ ਕਰਕੇ ਜੇਲ੍ਹ ਭੇਜਦੇ ਨੇ, 40 ਬੰਦੇ ਉਹਨਾਂ ਦੀ ਜ਼ਮਾਨਤ ਹੋਈ ਆ ਜੀ। ਸੋ ਇੱਥੋਂ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਇਹ ਇੱਕ ਕਿਸਮ ਦੇ ਮਤਲਬ ਫਰਜ਼ੀ ਬੰਦੇ ਸੀਗੇ, ਤਾਂ ਮੈਂ ਇਹਨਾਂ ਦਾ ਨਾਮ ਕਿਤੇ ਕਿਤੇ ਫਰਜ਼ੀ ਇਨਕਲਾਬੀ ਕਹਿੰਦਾ। ਦੂਸਰਾ ਮਸਲਾ ਬੇਅਦਬੀ ਦਾ ਆ ਗਿਆ, ਉਹ ਵੀ ਮੋਰਚਾ ਲੱਗਿਆ। ਸੁਖਰਾਜ ਸਿੰਘ ਬੈਠਾ ਪਿਛਲੇ 3-4 ਮਹੀਨਿਆਂ ਤੋਂ, ਇਹ ਕਹਿੰਦੇ ਸੀ ਅਸੀਂ 24 ਘੰਟਿਆਂ 'ਚ ਮਸਲਾ ਹੱਲ ਕਰਾਂਗੇ ਕੇਜਰੀਵਾਲ। ਫਿਰ ਇਹਨਾਂ ਦਾ ਸਪੀਕਰ ਗਿਆ ਉੱਥੇ ਇਕੱਠ ਦੇ ਵਿੱਚ ਕਹਿ ਕੇ ਆਇਆ ਕਿ ਮੈਂ ਗੁਰੂ ਦਾ ਸਿੱਖ ਹਾਂ ਜੀ, ਮੈਂ ਮਹੀਨੇ 1.5 ਮਹੀਨੇ ਦੇ ਵਿੱਚ ਤੁਹਾਨੂੰ ਪੱਕਾ ਇਨਸਾਫ ਲੈ ਕੇ ਦਊਂਗਾ। ਉਹ ਮਹੀਨਾ ਡੇਢ 2 ਮਹੀਨੇ ਵੀ ਲੰਘ ਚੁੱਕੇ ਨੇ। ਇਸੇ ਤਰ੍ਹਾਂ ਹੀ ਨਾਲ ਜਿਹੜਾ ਲਤੀਫਪੁਰਾ ਹੋਇਆ, ਉਹ ਇੱਕ ਬਹੁਤ ਵੱਡਾ ਕੀ ਕਹਿੰਦੇ ਹੁੰਦੇ ਆ ਕਿ ਇੱਕ ਬਹੁਤ ਵੱਡੀ ਜ਼ਿਆਦਤੀ ਕੀਤੀ ਲੋਕਾਂ ਨਾਲ, ਭਾਵੇਂ ਕਿਸੇ ਸੁਪਰੀਮ ਕੋਰਟ ਦਾ ਆਰਡਰ ਹੋਵੇ। ਗਵਰਨਮੈਂਟ ਦਾ ਕੰਮ ਹੈ ਟੂ ਪ੍ਰੋਟੈਕਟ ਇਟਸ ਪੀਪਲ, ਕਿਉਂਕਿ ਜਿਹੜਾ ਸਾਡਾ ਮੇਨ ਏਜੰਡਾ ਸਰਕਾਰਾਂ ਦਾ, ਕੋਈ ਅਸੀਂ ਇੱਥੇ ਪ੍ਰੋਫਿਟ ਕਮਾਉਣ ਲਈ ਥੋੜ੍ਹਾ ਬੈਠੇ ਆ ਸਰਕਾਰਾਂ, ਉਹਨਾਂ ਦਾ ਕੰਮ ਹੈਗਾ ਸੋਸ਼ਲ ਵੈਲਫੇਅਰ। ਘੱਟੋ ਘੱਟ ਰੋਟੀ, ਕੱਪੜਾ ਤੇ ਮਕਾਨ। ਉਹ ਜਿਨ੍ਹਾਂ ਦੇ ਮਕਾਨ ਬਣੇ ਸੀ ਲਤੀਫਪੁਰੇ ਜਲੰਧਰ, 70 ਸਾਲਾਂ ਦੇ ਰਹਿ ਰਹੇ ਸੀਗੇ, ਉਹਨਾਂ ਨੂੰ ਕੋਈ ਦੱਸਿਆ ਨਹੀਂ, ਪੁੱਛਿਆ ਨਹੀਂ, ਕੋਈ ਸਮਾਂ ਨਹੀਂ ਦਿੱਤਾ, ਚੱਕ ਕੇ ਬੁਲਡੋਜ਼ਰ ਨਾਲ ਢਾਹ ਦਿੱਤੇ ਨੇ। ਅਨਪ੍ਰੈਸੀਡੈਂਟਡ ਐਕਟ ਆ, ਕੋਈ ਸਰਕਾਰ ਇਦਾਂ ਦੀ ਮੂਰਖਤਾ ਨਹੀਂ ਕਰਦੀ। ਇਹ ਸੁਪਰੀਮ ਕੋਰਟ ਦਾ ਆਰਡਰ 12 ਸਾਲਾਂ ਦਾ ਲਟਕ ਰਿਹਾ ਵਾ ਜੀ। ਕਾਂਗਰਸ ਸਰਕਾਰ ਨੇ ਨਹੀਂ ਲਾਗੂ ਕੀਤਾ, ਅਕਾਲੀਆਂ ਨੇ ਨਹੀਂ ਲਾਗੂ ਕੀਤਾ, ਉਹਨਾਂ ਨੂੰ ਪਤਾ ਸੀਗਾ ਕਿ ਇਹਦਾ ਬਹੁਤ ਵੱਡਾ ਰਿਐਕਸ਼ਨ ਹੋਊਗਾ। ਇਹ ਅਨਟ੍ਰੇਨਡ ਬੰਦਿਆਂ ਨੇ ਚੱਕ ਕੇ ਬੁਲਡੋਜ਼ਰ ਵਾੜ ਕੇ ਤੇ ਢਾਹ ਦਿੱਤਾ ਸਾਰਾ। ਬੜੀ ਹੈਰਾਨੀ ਦੀ ਗੱਲ ਆ ਇਸ ਮਾਮਲੇ ਦੀ, ਜਦੋਂ ਅਸੀਂ ਲਤੀਫਪੁਰੇ ਦੀ ਗੱਲ ਕਰਦੇ ਹਾਂ, ਬਾਅਦ ਵਿੱਚ ਨੁਮਾਇੰਦੇ ਕਹਿ ਰਹੇ ਨੇ ਸਰਕਾਰ ਦੇ ਕਿ ਅਸੀਂ 2 BHK ਘਰ ਬਣਾ ਕੇ ਦੇ ਦਿੰਦੇ ਆ। ਉਹੀ ਮੈਂ ਕਹਿ ਰਿਹਾ ਨਾ ਹਰਦੀਪ, ਕਿ ਕੋਈ ਵੀ ਗਵਰਨਮੈਂਟ ਜਦੋਂ ਕਿਸੇ ਆਦਮੀ ਨੂੰ ਅਪਰੂਵ ਕਰਨਾ, ਪਹਿਲੀ ਗੱਲ ਤਾਂ ਜੀ ਸੁਪਰੀਮ ਕੋਰਟ ਉੱਤੇ ਥੋੜ੍ਹਾ ਡਿੱਗ ਚੱਲਿਆ ਸੀਗਾ, ਉਹਦੇ ਜੱਜਸ ਨੂੰ ਇਹ ਰਿਪਰੈਜ਼ੈਂਟ ਹੀ ਨਹੀਂ ਕਰ ਸਕੇ, ਗਰੀਬ ਬੰਦੇ ਸੀਗੇ। ਗਵਰਨਮੈਂਟ ਪੇਸ਼ ਹੁੰਦੀ ਜੀ ਕਿ ਤੁਹਾਡੇ ਤੋਂ ਇੱਕ ਆਰਡਰ ਗਲਤ ਹੋ ਗਿਆ ਵਾ, ਦਿਸ ਇਜ਼ ਅ ਹਿਊਮੈਨਿਟੇਰੀਅਨ ਗਰਾਊਂਡ, ਇਹਦੇ ਤੇ ਅਸੀਂ ਬੰਦਿਆਂ ਨੂੰ ਇੱਕ ਤਾਂ ਸਾਨੂੰ ਟਾਈਮ ਦਿਓ, ਇੱਕ ਅਸੀਂ ਇਹਨਾਂ ਨੂੰ ਰੀਹੈਬਿਲਿਟੇਟ ਕਰ ਦਈਏ। ਕਿਉਂਕਿ ਮੈਨੂੰ ਪਤਾ ਲੱਗਿਆ ਕਿ ਲਤੀਫਪੁਰੇ ਦੇ ਪਿੱਛੇ ਐਕਚੁਅਲੀ ਲੈਂਡ ਮਾਫੀਆ ਵਾ। ਜਿਹੜੇ ਪਾਵਰਫੁਲ ਆਦਮੀ ਉਹ ਕੋਟਾ ਕਚਹਿਰੀਆਂ 'ਚ 50-50 ਲੱਖ ਦਾ ਵਕੀਲ ਖੜਾ ਕਰ ਸਕਦੇ ਜੀ, ਇਹ ਗਰੀਬ ਆਦਮੀ ਕਿੱਥੋਂ ਖੜਾ ਕਰ ਲੈਣਗੇ? ਤੇ ਇਸ ਕਰਕੇ ਇਹਦੇ ਤੇ ਬਹੁਤ ਵੱਡਾ ਫੇਲਿਅਰ ਹੋਇਆ। ਇਹਨਾਂ ਨੂੰ ਚਾਹੀਦਾ ਸੀਗਾ ਕਿ ਉੱਥੇ ਉਹਨਾਂ ਨਾਲ ਗੱਲ ਕਰਦੇ, ਉਹਨਾਂ ਨੂੰ ਕਹਿੰਦੇ ਕਿ ਆਹ ਸੁਪਰੀਮ ਕੋਰਟ ਦੇ ਆਰਡਰ ਆ, ਸਾਨੂੰ ਇਹ ਲਾਗੂ ਕਰਨੇ ਪੈਣੇ ਆ। ਸਾਡੇ ਕੋਲ ਇੰਪਰੂਵਮੈਂਟ ਟਰਸਟ ਕੋਲ ਜਲੰਧਰ ਕੋਲ ਸੈਂਕੜੇ ਏਕੜ ਵਿਹਲੀ ਪਈ ਜ਼ਮੀਨ, ਉੱਥੇ ਉਹਨਾਂ ਨੂੰ ਕਹਿੰਦੇ ਤੁਹਾਨੂੰ ਅਸੀਂ ਪਲਾਟ ਵੀ ਦਿਆਂਗੇ, ਤੁਹਾਨੂੰ ਘਰ ਬਣਾ ਕੇ ਦਿਆਂਗੇ। ਉਹਨਾਂ ਲੋਕਾਂ ਨੇ ਚੱਲ ਜਾਣਾ ਸੀਗਾ। ਜੇ ਤੁਸੀਂ ਫਰਜ਼ ਕਰੋ ਕੋਈ 2 ਮਰਲੇ 'ਚ ਰਹਿੰਦਾ, ਉਹਨੂੰ ਤੁਸੀਂ ਕਹੋ ਮੈਂ ਤੁਹਾਨੂੰ 4 ਮਰਲੇ ਦਿਆਂਗੇ, ਸਰਕਾਰਾਂ ਨੂੰ ਕੀ ਘਾਟ ਹੈਗੀ ਜੀ? ਸੋ ਇਹ ਇਹਨਾਂ ਦਾ ਤਜਰਬਾ ਬੋਲਦਾ ਵਾ ਕਿ ਇਹ ਬਿਲਕੁਲ ਜਿਹੜੇ ਨੇ ਜਦੋਂ ਕੋਈ ਇੰਪੋਰਟੈਂਟ ਮਸਲਾ ਆਉਂਦਾ, ਇਹ ਉਹਦੇ ਤੇ ਜਿਹੜੇ ਹੈਗੇ ਬਹੁਤ ਬੁਰੀ ਤਰ੍ਹਾਂ ਫੇਲ ਹੁੰਦੇ। ਯੂ ਟਰਨ ਹੀ ਲੈ ਰਹੇ ਨੇ। ਤੁਸੀਂ ਦੱਸੋ ਕਿੰਨੇ ਮਸਲਿਆਂ ਦੇ ਉੱਤੇ ਯੂ ਟਰਨ ਲਿਆ ਇਹਨਾਂ ਨੇ? ਸੋ ਇਸ ਕਰਕੇ ਜੇ ਮੈਂ ਇਕੱਲੇ ਆਪੋਜੀਸ਼ਨ ਕਰਕੇ ਨਹੀਂ ਕਹਿ ਰਿਹਾ, ਇੱਕ ਨਿਰਪੱਖ ਰਾਏ ਦੇ ਰਿਹਾ, ਇੱਕ ਨਿਰਪੱਖ ਐਨਾਲਿਸਿਸ ਤੋਂ ਬਾਅਦ ਕਹਿ ਸਕਦਾ ਕਿ ਕਿਸੇ ਸਰਕਾਰ ਨੂੰ ਪਿਛਲੇ ਇੰਨਿਆਂ ਸਾਲਾਂ ਵਿੱਚ ਕਿਸੇ ਸਟੇਟ ਦੀ ਸਰਕਾਰ ਨੂੰ ਇੰਨਾ ਵਿਰੋਧ ਨਹੀਂ ਦੇਖਣਾ ਪਿਆ ਜਿਹੜਾ ਇਹਨਾਂ ਨੂੰ ਪਹਿਲੇ 9 ਮਹੀਨਿਆਂ 'ਚ ਦੇਖਣਾ ਪੈ ਰਿਹਾ। ਇੱਕ ਬੜੀ ਅਹਿਮ ਚੀਜ਼ ਹੁੰਦੀ ਕਿ ਜਦੋਂ ਸੱਤਾ ਧਿਰ ਦੇ ਵਿੱਚ ਕੋਈ ਵੀ ਪਾਰਟੀ ਹੁੰਦੀ ਹੈ ਤਾਂ ਉਹਦੇ ਖਿਲਾਫ ਵਿਰੋਧੀ ਧਿਰ ਦੀ ਭੂਮਿਕਾ ਬੜੀ ਅਹਿਮ ਹੋ ਜਾਂਦੀ ਹੈ, ਖਾਸ ਕਰਕੇ ਉਦੋਂ ਜਦੋਂ ਪੰਜਾਬ ਦੇ ਵਿੱਚ ਹਾਲਾਤ ਇੰਨੇ ਨਾਜ਼ੁਕ ਬਣੇ ਹੋਣ, ਦਿਨ ਦਿਹਾੜੇ ਕਤਲ ਹੋ ਰਹੇ ਨੇ, ਧਮਕੀਆਂ ਦਿੱਤੀਆਂ ਜਾ ਰਹੀਆਂ, ਸ਼ਰੇਆਮ ਧਮਕੀ ਤੋਂ ਬਾਅਦ ਕਤਲ ਵੀ ਕੀਤਾ ਜਾ ਰਿਹਾ। ਇਹਨਾਂ ਹਾਲਾਤਾਂ ਦੇ ਵਿੱਚ ਵਿਰੋਧੀ ਧਿਰ ਕਿੱਥੇ ਖੜੀ ਹੈ ਇਸ ਵੇਲੇ? ਵਿਰੋਧੀ ਧਿਰ ਦੇ ਵਿੱਚ ਲੱਗਦਾ ਕਿ ਉਨੀ ਤਾਕਤ ਹੈਗੀ ਹੈ ਕਿ ਸਰਕਾਰ ਨੂੰ ਦੇਖੋ ਕਟਹਿਰੇ ਵਿੱਚ ਖੜਾ ਕੀਤਾ ਜਾ ਸਕੇ? ਓਨੈਸਟਲੀ ਸਪੀਕਿੰਗ ਜਿਹੜੇ ਅੱਜ ਦੇ ਪ੍ਰੋਟੈਸਟ ਚੱਲ ਰਹੇ ਨੇ ਉਹ ਤਾਂ ਆਮ ਜਨਤਾ ਦੇ ਪ੍ਰੋਟੈਸਟ ਨੇ। ਤੁਸੀਂ ਬਰਗਾੜੀ ਦੇਖ ਲਵੋ, ਤੁਸੀਂ ਲਤੀਫਪੁਰਾ ਦੇਖ ਲਵੋ, ਤੁਸੀਂ ਜ਼ੀਰਾ ਦੀ ਫੈਕਟਰੀ ਦੇਖ ਲਵੋ, ਜਾਂ ਕਿਸਾਨਾਂ ਦੇ ਧਰਨੇ ਦੇਖ ਲਓ। ਇਹ ਨਾ ਇੱਕ ਨਵਾਂ ਚੰਡੀਗੜ੍ਹ ਪੰਜਾਬ ਦੇ ਵਿੱਚ ਨਵਾਂ ਟ੍ਰੈਂਡ ਆ ਜੀ ਕਿ ਉੱਥੋਂ ਆਵਾਮ ਹੀ ਖੜਾ ਹੋਣ ਲੱਗ ਗਿਆ। ਈਵਨ ਆ ਜਿਹੜਾ ਸੀਗਾ ਫੈਸਲਾ ਇਹਦਾ ਵਾਪਸ ਕਰਾਇਆ, ਜਿਹੜਾ ਸੀਗਾ ਜੰਗਲ ਵਾਲਾ, ਜੰਗਲ ਦਾ ਨਾਮ ਕੀ ਸੀਗਾ ਜੀ? ਉਹ ਮੈਂ ਨਾਮ ਭੁੱਲ ਗਿਆ ਉਸ ਜੰਗਲ ਦਾ, ਜਿਹੜਾ ਲੁਧਿਆਣੇ ਸੀਗਾ। ਆਮ ਜਸਟ ਫੋਰਗੇਟਿੰਗ, ਆਪਾਂ ਨੂੰ ਯਾਦ ਆ ਜੂ ਡਿਊ ਕੋਰਸ ਵਿੱਚ। ਉਸ ਜੰਗਲ ਦੇ ਵਿਰੋਧ ਵਿੱਚ ਵੀ ਆਪ ਮੁਹਾਰੇ ਜਨਤਾ ਉੱਥੇ ਪਹੁੰਚ ਗਈ ਜੀ, ਤੇ ਇਹਨਾਂ ਨੂੰ ਆਪਣੀ ਉਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਕਿ ਅਸੀਂ ਟੈਕਸਟਾਈਲ ਪਾਰਕ ਲਾਉਣਾ, ਉਹ ਵਾਪਸ ਲੈਣਾ ਪਿਆ। ਇਦਾਂ ਹੀ ਹੁਣ ਸਾਰੇ ਬਾਕੀ ਧਰਨਿਆਂ ਦੇ ਉੱਤੇ ਵੀ ਹੋ ਰਿਹਾ ਵਾ ਕਿ ਉੱਥੇ ਆਮ ਜਨਤਾ ਵਿਰੋਧ ਕਰ ਰਹੀ ਹੈ ਜੀ। ਸੋ ਹੁਣ ਆਪੋਜੀਸ਼ਨ ਜਿਹੜੀ ਆ, ਠੀਕ ਆ, ਅਸੀਂ ਆਪੋਜੀਸ਼ਨ ਵਿੱਚ ਰਹਿ ਕੇ ਅਸੀਂ ਬੋਲ ਵੀ ਰਹੇ ਹਾਂ, ਅਸੀਂ ਅਖਬਾਰਾਂ 'ਚ ਵੀ ਬਿਆਨ ਦੇ ਰਹੇ, ਬਟ ਮੈਂ ਆਪਣੀ ਪਾਰਟੀ ਦੇ ਵਿੱਚ ਕਹਿ ਰਿਹਾ ਦੁਬਾਰਾ ਕਿ ਅਗਰ ਤੁਸੀਂ ਸਹੀ ਮਾਇਨਿਆਂ 'ਚ ਆਪੋਜੀਸ਼ਨ ਹੋ ਤਾਂ ਫਿਰ ਤੁਹਾਨੂੰ ਉੱਥੇ ਜ਼ਮੀਨ ਤੇ ਜਾ ਕੇ ਗਰਾਊਂਡ ਜ਼ੀਰੋ ਤੇ ਪ੍ਰੋਟੈਸਟ ਕਰਨਾ ਪੈਣਾ ਜੀ। ਔਰ ਪ੍ਰੋਟੈਸਟ ਦਾ ਵੀ ਤਰੀਕਾ ਬਦਲਿਆ ਪੰਜਾਬੀਆਂ ਨੇ। ਪਹਿਲਾਂ ਜਿਹੜਾ ਸਿਸਟਮ ਚੱਲਿਆ ਸੀ, ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀਗੀਆਂ, ਉਹ ਇੱਕ ਧਰਨਾ ਮੁਜ਼ਾਹਰਾ ਇਕੱਠਾ ਕਰਦੀਆਂ ਸੀ, ਅਰੇਂਜ ਕਰਦੀਆਂ ਸੀਗੀਆਂ, ਉੱਥੇ ਮਤਲਬ ਗਏ, ਧੱਕਾ ਮੁੱਕੀ ਕੀਤੀ, ਫੋਟੋਆਂ ਹੋਈਆਂ, ਪਾਣੀ ਦੀ ਬੁਛਾੜ ਹੋਈ, ਤੇ ਜਾਂ ਛੋਟਾ ਮੋਟਾ ਐਕਸ਼ਨ ਹੋਇਆ ਤੇ ਆਪਣੇ ਘਰ ਨੂੰ ਵਾਪਸ ਆ ਗਏ। ਜਿਹੜਾ ਕਿਸਾਨਾਂ ਦਾ ਅੰਦੋਲਨ ਹੋਇਆ, ਉਹਨਾਂ ਨੇ ਸਿਖਾਇਆ ਕਿ 1.25 ਸਾਲ ਬੈਠੇ ਅਸੀਂ ਜੀ। ਹੁਣ ਤੁਸੀਂ ਦੇਖੋ ਲਤੀਫਪੁਰੇ ਪੱਕਾ ਬੈਠ ਗਏ ਨੇ, ਜ਼ੀਰੇ ਫੈਕਟਰੀ ਪਰ ਪੱਕਾ ਬੈਠ ਗਏ ਨੇ। ਸੋ ਪੋਲੀਟੀਕਲ ਪਾਰਟੀਜ਼ ਵਿਲ ਹੈਵ ਟੂ ਅਮੈਂਡ ਦੇ ਸਟਾਈਲ ਆਫ ਵਰਕਿੰਗ ਜੀ, ਕਿ ਹੁਣ ਅਸੀਂ ਵੀ ਜੇ ਪ੍ਰੋਟੈਸਟ ਕਰਾਂ ਤਾਂ ਇਹਨੂੰ ਹੈਵ ਟੂ ਪਰਮਾਨੈਂਟ ਧਰਨਿਆਂ ਦੇ ਉੱਤੇ ਉਤਰਨਾ ਪਵੇਗਾ, ਕਿਉਂਕਿ
ਜਿਹੜਾ ਇੱਕ ਦਿਨ ਦਾ ਪ੍ਰੋਟੈਸਟ ਆ ਉਹ ਸਿੰਬੋਲਿਕ ਪ੍ਰੋਟੈਸਟ ਆ, ਜੀ। ਉਹਨਾਂ ਸਰਕਾਰ ਦੇ ਕੋਈ ਅਸਰ ਨਹੀਂ ਪੈਂਦਾ। ਸੋ ਇਹ ਤਰੀਕੇਕਾਰ ਵੀ ਬਦਲਣਾ ਪਵੇਗਾ। ਮੈਂ ਤਾਂ ਇਸ ਗੱਲ ਦਾ ਮੁਦਈ ਆ ਕਿ ਕੋਈ ਵੀ ਕੰਮ ਜਦੋਂ ਫੜਨਾ ਤੇ ਫਿਰ ਉਸ ਨੂੰ ਅੰਜਾਮ ਤੇ ਲਾਉਣਾ। ਹੁਣ ਜਿੱਦਾਂ ਫੌਜਾ ਸਿੰਘ ਸਰਾਰੀ ਆ ਜੀ, ਉਹਦਾ ਸ਼ਰੇਆਮ ਕਰਪਟ ਬੰਦਾ ਵਾ, ਉਹਦੇ ਤੇ ਮਤਲਬ ਆਡੀਓ ਆ ਗਈ, ਉਹਦਾ ਸਾਰੇ ਤੱਥ ਸਾਹਮਣੇ ਆ ਗਏ ਤੇ ਇਹ ਬੜਾ ਵੱਡਾ ਐਵੀਡੈਂਸ ਆ। ਤੇ ਆਪੋਜੀਸ਼ਨ ਦਾ ਫਰਜ਼ ਬਣਦਾ ਵੀ ਤੱਕੀ ਚਲੋ ਜਦ ਤੱਕ ਫੌਜਾ ਸਿੰਘ ਸਰਾਰੀ ਨੂੰ ਕੱਢ ਨਾ ਦੇਵੇ ਸਰਕਾਰ। ਬਿਲਕੁਲ ਬੜੀ ਚਿੰਤਾ ਦੀ ਗੱਲ ਹੈ। ਜਿੱਦਾਂ ਤੁਸੀਂ ਜ਼ਿਕਰ ਛੇੜਿਆ ਸੀ ਕਿ ਮੱਤੇਵਾੜੇ ਜੰਗਲ ਦੇ ਵਿੱਚ ਜੇ ਸੰਘਰਸ਼ ਸ਼ੁਰੂ ਹੋਇਆ ਤਾਂ ਉਹਨੂੰ ਬੰਨੇ ਕੰਢੇ ਲਗਾਇਆ ਗਿਆ ਜਨਤਾ ਦੇ ਪ੍ਰੈਸ਼ਰ ਦੇ ਨਾਲ। ਪਰ ਜਦੋਂ ਅਸੀਂ ਬਾਕੀ ਮਸਲਿਆਂ ਦੀ ਗੱਲ ਕਰੀਏ ਉੱਥੇ ਵਿਰੋਧੀ ਧਿਰ ਨੇ ਕੀ ਭੂਮਿਕਾ ਨਿਭਾਉਣੀ, ਮੈਨੂੰ ਲੱਗਦਾ ਕਿ ਦੂਜੇ ਪਾਸੇ ਕਾਂਗਰਸ ਨੂੰ ਇਸ ਵੇਲੇ ਬੜੀ ਚਿੰਤਾ ਦੀ ਘੜੀ ਹੈ। ਕਾਂਗਰਸ ਦੀ ਵੀ ਚੰਨੀ ਸਾਹਿਬ ਵਾਪਸ ਆਏ ਨੇ, ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਦੀਆਂ ਗੱਲਾਂ ਚੱਲ ਰਹੀਆਂ ਨੇ, ਰਾਜਾ ਵੜਿੰਗ ਆਪਣੇ ਤੌਰ ਤੇ ਜ਼ੋਰ ਲਗਾ ਰਹੇ ਨੇ। ਤਾਂ ਲੱਗਦਾ ਨਹੀਂ ਕਿ ਹਰੇਕ ਪਾਸੇ ਨੂੰ ਪਾਟੋ ਧਾੜ ਚੱਲ ਰਹੀ ਕਾਂਗਰਸ ਦੇ ਵਿੱਚ, ਬੜੀ ਔਖੀ ਘੜੀ ਕਾਂਗਰਸ ਲਈ ਵੀ। ਮੈਂ ਇਸ ਗੱਲ ਤੇ ਨਾ ਵੀ ਜੇ ਕੋਈ ਕਮੈਂਟ ਕਰਾਂ, ਮੈਂ ਇਹੀ ਕਹਿਣਾ ਚਾਹੁੰਦਾ ਕਿ ਮੇਰੀ ਆਪਣੀ ਪਾਰਟੀ ਨੂੰ ਮੈਂ ਜਦੋਂ ਵੀ ਕਿਤੇ ਮੌਕਾ ਮਿਲਦਾ ਜਾਂ ਗਾਹ ਮਿਲੇਗਾ, ਮੈਂ ਇਹੀ ਕਹਿਣਾ ਵਾਂ ਕਿ ਆਪਾਂ ਨੂੰ ਆ ਜਿਹੜਾ ਜਨਤਾ ਦੇ ਮੁੱਦੇ ਨੇ ਇਹਦੇ ਤੇ ਫੋਕਸ ਕਰਕੇ ਜ਼ੋਰਦਾਰ ਵਿਰੋਧ ਪੈਦਾ ਕਰਨਾ ਪੈਣਾ। ਇਹ ਨਹੀਂਗਾ ਕਿ ਆਪਾਂ ਵਿਰੋਧ ਲਫ਼ਜ਼ਾਂ 'ਚ ਕੀਤਾ ਤੇ ਉਹਦਾ ਕੋਈ ਅਸਰ ਨਹੀਂ ਪੈਣਾ। ਤੇ ਤਾਈਓ ਮੈਂ ਤੁਹਾਡੇ ਸਾਹਮਣੇ ਰਿਪੀਟ ਕਰ ਰਿਹਾ ਵਾਂ ਕਿ ਹੁਣ 3 ਮੋਰਚੇ ਲੱਗੇ ਨੇ, ਲੋਕਾਂ ਨੇ ਲਾਤੇ ਨਾ ਜੀ। ਇਹ ਕੰਮ ਐਕਚੁਅਲੀ ਆਪੋਜੀਸ਼ਨ ਦਾ ਹੈਗਾ ਵਾ। ਨਾਰਮਲ ਕੋਰਸ ਵਿੱਚ ਅੱਜ ਤੋਂ ਪਹਿਲਾਂ ਪਿੱਛੇ ਚੱਲ ਜਾਓ 8-10 ਸਾਲ ਪਹਿਲਾਂ ਜਦ ਵੀ ਕੋਈ ਮੁੱਦਾ ਉੱਭਰਦਾ ਸੀਗਾ ਤੇ ਉਹ ਆਪੋਜੀਸ਼ਨ ਉਸ ਨੂੰ ਮੁੱਦੇ ਨੂੰ ਟੇਕ ਅਪ ਕਰਦੀ ਸੀ ਜੀ। ਸੋ ਦੂਸਰਾ ਸਾਡੇ ਲਈ ਪ੍ਰੋਬਲਮ ਇਹ ਹੈਗੀ ਕਿ ਵਿਧਾਨ ਸਭਾ ਦੇ ਸੈਸ਼ਨ ਬੜੇ ਛੋਟੇ ਕਰਤੇ ਇਹਨਾਂ ਨੇ, ਲੱਭਦੇ ਨਹੀਂ। ਹੁਣ ਵਿੰਟਰ ਸੈਸ਼ਨ ਕੱਟਤਾ ਵਾ। ਇਹ ਪਹਿਲੀ ਵਾਰ ਹੋਇਆ ਜਿਹੜੇ ਇਹ ਬੰਦੇ ਕਹਿੰਦੇ ਸੀ ਅਸੀਂ ਜੀ ਇਹਨਾਂ ਦੀਆਂ, ਮੈਂ ਤੁਹਾਨੂੰ ਨਾ ਘੱਟੋ ਘੱਟ 100 ਰਿਪਰੈਜ਼ੈਂਟੇਸ਼ਨਾਂ ਸਪੀਕਰ ਦੇ ਕੋਲ ਮੇਰੇ ਕੋਲ ਪਈਆਂ ਅੰਦਰ। ਕਦੀ ਅਮਨ ਅਰੋੜਾ ਜਾਂਦਾ ਸੀ, ਕਦੀ ਕੁਲਤਾਰ ਜਾਂਦਾ ਸੀ, ਕਦੀ ਹਰਪਾਲ ਚੀਮਾ ਜਾਂਦਾ ਸੀ। ਸੈਸ਼ਨ ਬੜੇ ਛੋਟੇ ਨੇ, ਸੈਸ਼ਨ ਵੱਡੇ ਕਰੋ। ਹੁਣ ਸਾਡੇ ਕੋਲ ਉਹ ਪਲੇਟਫਾਰਮ ਬੜਾ ਇੰਪੋਰਟੈਂਟ ਆ। ਹੁਣ ਉਹਨਾਂ ਨੇ ਆਹ ਜਿਹੜਾ ਦਸੰਬਰ ਦਾ ਸਰਦ ਰੁੱਤ ਦਾ ਸੈਸ਼ਨ ਹੁੰਦਾ ਕੱਟ ਕੇ ਪਰੇ ਮਾਰਿਆ ਵਾ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਉੱਥੇ ਰੌਲਾ ਪੈਣਾ, ਉੱਥੇ ਫੌਜਾ ਸਿੰਘ ਸਰਾਰੀ ਦੀ ਗੱਲ ਹੋਣੀ ਆ, ਉੱਥੇ ਲਤੀਫਪੁਰੇ ਦੀ ਗੱਲ ਹੋਣੀ ਆ, ਉੱਥੇ ਜ਼ੀਰੇ ਮਿੱਲ ਦੀ ਗੱਲ ਹੋਣੀ ਆ, ਉੱਥੇ ਬਰਗਾੜੀ ਦੀ ਗੱਲ ਹੋਣੀ ਆ। ਸੋ ਇਸ ਕਰਕੇ ਇਹ ਸਰਕਾਰ ਜਿਹੜੀ ਹੈਗੀ, ਠੀਕ ਹੈ ਚਲੋ ਆਪੋਜੀਸ਼ਨ ਦਾ ਜੋ ਅਸੀਂ ਕਰ ਹੀ ਰਹੇ ਹਾਂ, ਪਰ ਪੋਸਟਪੋਨ ਕੀਤਾ, ਕੱਟਿਆ ਨਹੀਂ, ਕਰ ਲੈਣਗੇ। ਨਹੀਂ ਉਹ ਤਾਂ ਫਿਰ ਇੱਕ ਬਹਾਨਾ ਹੀ ਹੁੰਦਾ ਨਾ। ਜੇ ਹੁਣ ਲੈ ਜਾਣਗੇ ਉਹ ਫੈਬਰੂਰੀ ਮਾਰਚ ਵਿੱਚ ਜੋ ਬਜਟ ਇਜਲਾਸ ਹੁੰਦਾ ਵਾ, ਤੇ ਫਿਰ ਪੁਰਾਣੀਆਂ ਸਰਕਾਰਾਂ ਤੇ ਇਹਨਾਂ ਦੇ ਵਿੱਚ ਅੰਤਰ ਕੀ ਆ ਇਹ ਦੱਸੋ ਮੈਨੂੰ। ਜਿੰਨੀਆਂ ਵੀ ਗੱਲਾਂ ਭਗਵੰਤ ਮਾਨ ਕੋਸਦਾ ਰਿਹਾ ਬਾਹਰ ਰਹਿ ਕੇ ਕੈਪਟਨ ਨੂੰ ਤੇ ਬਾਦਲ ਨੂੰ, ਉਹਦੇ ਨਾਲ ਡਬਲ ਕੰਮ ਆਪ ਕਰ ਰਿਹਾ। ਹੁਣੇ ਪੁਲਿਸ ਦੇ ਹਮੈਤੀ ਨੇ ਤੇ ਜਨਤਾ ਦੇ ਹਮੈਤੀ ਨਹੀਂਗੇ। ਜੇ ਕੋਈ ਕੰਮ ਹੁੰਦਾ ਜਿੱਦਾਂ ਪੁਰਾਣੀਆਂ ਸਰਕਾਰਾਂ ਕਰਦੀਆਂ ਸੀਗੀਆਂ, ਆ ਤੁਸੀਂ ਦੇਖੋ ਕੇਜਰੀਵਾਲ ਦਾ ਰਵੱਈਆ ਦੇਖੋ ਕਿੱਡਾ ਮਾੜਾ ਨਜ਼ਰ ਆਇਆ ਜਦੋਂ ਸੋਲਨ ਵਿੱਚ ਆਪਣੇ ਸਾਡੇ ਵਿਦਿਆਰਥੀ ਜਿਹੜੇ ਬੇਰੁਜ਼ਗਾਰ ਅਧਿਆਪਕ ਸੀ, ਲੈਕਚਰਰਸ, ਉਹਨਾਂ ਨੇ ਜਾ ਕੇ ਸਿਰਫ ਇੰਨਾ ਪੁੱਛਿਆ, ਉਹਨੂੰ ਸਾਹਮਣੇ ਖੜ ਕੇ ਨਾਅਰੇ ਲਾਏ, ਵਿਰੋਧ ਕੀਤਾ ਕਿ ਤੂੰ ਸਾਨੂੰ ਵਾਅਦਾ ਕੀਤਾ ਸੀਗਾ, ਤੇ ਉਹਨਾਂ ਨੂੰ ਇਦਾਂ ਉਂਗਲ ਕਰਕੇ ਕਹਿੰਦਾ ਇਹ ਭਾੜੇ ਕਾ ਟੱਟੂ ਹੈ। ਇਹਨਾਂ ਦੀ ਤੁਸੀਂ ਐਰੋਗੈਂਸ ਦੇਖੋ ਤੁਸੀਂ। ਔਰ ਜਿਹੜਾ ਨਾਲ ਇਹਦੇ ਐਜੂਕੇਸ਼ਨ ਮਿਨਿਸਟਰ ਖੜਾ ਸੀ ਉਹਦੇ ਉਸੇ ਟਰੱਕ ਜਿਹਦੇ ਪਿੱਛੇ ਟੈਂਪੂ ਤੇ, ਹਰਜੋਤ ਬੈਂਸ, ਉਹ ਕੇਜਰੀਵਾਲ ਦੀ ਖੁਸ਼ਾਮਦ ਵਿੱਚ ਇੰਨਾ ਮਸਤ ਹੋ ਗਿਆ, ਉਹਨੂੰ ਪਤਾ ਨਹੀਂ ਲੱਗਿਆ, ਜ਼ੋਰ ਦੀ ਤਾੜੀਆਂ ਮਾਰੀਆਂ ਜਦੋਂ ਉਹਨੇ ਕਿਹਾ ਭਾੜੇ ਦੇ ਟੱਟੂ ਆ, ਕਿ ਸਾਡੇ ਬੱਚੇ ਭਾੜੇ ਦੇ ਟੱਟੂ ਨੇ। ਸੋ ਆਈ ਐਮ ਓਨਲੀ ਟ੍ਰਾਈਂਗ ਟੂ ਬ੍ਰਿੰਗ ਆਊਟ ਦੇਅਰ ਡਬਲ ਫੈਸੇਟਡ ਕੈਰੈਕਟਰ। ਮਤਲਬ ਸਰਕਾਰ ਤੋਂ ਪਹਿਲਾਂ ਕੀ ਕਰਦੇ ਸੀਗੇ ਤੇ ਹੁਣ ਕੀ ਕਰਦੇ ਨੇ। ਅਮਨ ਅਰੋੜੇ ਨੇ ਇੱਕ ਬਿੱਲ ਦਿੱਤਾ ਸੀ, ਪ੍ਰਾਈਵੇਟ ਮੈਂਬਰਸ ਬਿੱਲ, ਮੈਂ ਕਢਾਇਆ ਸੀ, ਇਸ ਸੈਸ਼ਨ 'ਚ ਵੀ ਜ਼ਿਕਰ ਕੀਤਾ ਸੀਗਾ। ਇਹਨਾਂ ਨੇ ਕਾਂਗਰਸ ਵੇਲੇ ਦਿੱਤਾ ਸੀਗਾ ਕਿ ਸਾਡਾ ਜਿਹੜਾ ਇੱਕ ਬਿੱਲ ਇੰਟਰੋਡਿਊਸ ਕਰੋ, ਜਿਹੜਾ ਪ੍ਰਾਈਵੇਟ ਪਾਵਰ ਪਰਚੇਜ਼ ਐਗਰੀਮੈਂਟਸ ਹੋਏ ਨੇ ਪਾਵਰ ਸੈਕਟਰ 'ਚ, PPAs, ਉਹ ਸਾਰੇ ਰਿਵਿਊ ਹੋਣੇ ਚਾਹੀਦੇ। ਸਾਰਿਆਂ ਨੂੰ ਰਿਵਿਊ ਕਰਕੇ ਹੁਣ ਚੁੱਪ ਹੀ ਹੋ ਗਏ ਨੇ। ਹਰਪਾਲ ਚੀਮਾ PSIEC ਕਾਰਪੋਰੇਸ਼ਨ ਆ, ਇਹਨੇ ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ, ਇਹਨੇ ਵਿਧਾਨ ਸਭਾ 'ਚ ਬੜਾ ਸ਼ੋਰ ਮਚਾਇਆ ਕਿ ਉੱਥੇ ਬੜੇ ਘਪਲੇ ਹੋ ਰਹੇ ਨੇ, ਉੱਥੇ ਬਹੁਤ ਕਰੋੜਾਂ ਰੁਪਏ ਦਾ, ਸੈਂਕੜੇ ਕਰੋੜਾਂ ਦਾ ਘਪਲਾ ਵਾ। ਆਨੰਦ ਲੈਂਪਸ ਕਿ ਕਿਹੜੀਆਂ ਫੈਕਟਰੀਆਂ ਵੱਡੀਆਂ ਨੇ, ਤੇ ਹੁਣ ਚੁੱਪ ਹੋ ਗਏ ਨੇ, ਬਿਲਕੁਲ ਹੀ ਬੋਲਦੇ ਹੀ ਨਹੀਂਗੇ। ਸੋ ਇਸ ਕਰਕੇ ਇਹ ਹੁਣ ਜ਼ਮੀਨਾਂ ਦਾ ਮਸਲਾ ਚੱਕਿਆ ਸੀ ਕੁਲਦੀਪ ਧਾਲੀਵਾਲ ਨੇ। ਜੋ ਛੋਟਾ ਵਿਚਾਰਾ ਗਰੀਬ ਤਬਕਾ ਵਾ, ਮੈਨੂੰ ਹੁਣ ਫਿਰ ਪਿੰਡ ਦਾ ਨਾਮ ਭੁੱਲ ਗਿਆ, ਸਿਮਰਨਜੀਤ ਮਾਨ ਦਾ, ਜਿੱਥੇ ਜ਼ਮੀਨ ਸੀਗੀ, ਇਹਨੂੰ ਟਾਰਗੇਟ ਕਰਨ ਲਈ ਉਹ 500-700 ਬੰਦਾ ਉਜਾੜ ਕੇ ਰੱਖਤਾ। ਉਹ ਸਾਰਾ ਹਾਈ ਕੋਰਟ ਨੇ ਰਿਹੈਬਿਲਿਟੇਟ ਕੀਤਾ। ਤੇ ਇਹਨੂੰ ਪੁੱਛੋ ਕਿ ਆ ਜਿਹੜੇ ਤੂੰ ਮਰਲੇ 2-2 ਜਾਂ ਕਿੱਲੇ 2-2 ਕਿੱਲਿਆਂ ਨੂੰ ਤੰਗ ਕਰਦਾ, ਜੇ ਤੇਰੇ 'ਚ ਜਾਨ ਹੈ ਤਾਂ ਲਵਲੀ ਯੂਨੀਵਰਸਿਟੀ ਨੂੰ ਫੜਦਾ। 100 ਕਰੋੜ ਦੀ ਜ਼ਮੀਨ ਆ ਇਹਨਾਂ ਦੇ MP ਕੋਲ, ਲਵਲੀ ਯੂਨੀਵਰਸਿਟੀ ਵਾਲੇ ਅਸ਼ੋਕ ਮਿੱਤਲ ਦੇ ਕੋਲ, LPU ਦੇ ਅੰਦਰ 100 ਕਰੋੜ ਸੀ, 13 ਕਿੱਲੇ ਜ਼ਮੀਨ ਆ, ਪ੍ਰਾਈਮ ਪ੍ਰਾਪਰਟੀ। ਤੇ ਕਹਿੰਦੇ ਨੇ ਜੇ ਅਸੀਂ ਤਬਾਦਲਾ ਕਰਾ ਰਿਹਾ ਝੇੜੂ ਪਿੰਡ ਨਾਲ, ਝੇੜੂ ਪਿੰਡ ਨੂੰ ਬਾਹਰ ਵਹੀਂ ਦੇ ਕੰਢੇ ਦੇ ਉੱਤੇ 2.25 ਕਰੋੜ ਰੁਪਏ ਦੀ ਜ਼ਮੀਨ ਦਿੱਤੀ, 98 ਕਰੋੜ ਰੁਪਏ ਦਾ ਫਾਇਦਾ। ਜੇ ਮੈਂ ਕਹਿੰਦਾ ਕਿ ਤਬਾਦਲਾ, ਪਹਿਲੀ ਗੱਲ ਤਾਂ ਉਹ ਹਲੇ ਕਰੈਕਟ ਨਹੀਂਗਾ, ਕਿਉਂਕਿ ਉਸ ਝੇੜੂ ਪਿੰਡ 'ਚੋਂ ਇੱਕ ਪੰਚਾਇਤ ਨਿਕਲੀ ਸੀਗੀ ਨਾਨਕ ਨਗਰੀ, ਉਹਨਾਂ ਨੇ ਕਦੀ ਅੱਜ ਤੱਕ ਆਪਣੀ ਪ੍ਰਵਾਨਗੀ ਨਹੀਂ ਦਿੱਤੀ। ਉਹ ਤਬਾਦਲਾ ਹੀ ਗਲਤ ਆ। ਮੰਨ ਲਿਆ ਤਬਾਦਲਾ ਠੀਕ ਵੀ ਕਰਾ ਲਿਆ ਉਹਨੇ ਪਹਿਲਾਂ, ਤੇ ਕੁਲਦੀਪ ਧਾਲੀਵਾਲ ਦਾ ਕੰਮ ਕੀ ਆ ਜਿਹੜਾ ਕਹਿੰਦਾ ਮੈਂ ਇੰਨੀਆਂ ਜ਼ਮੀਨਾਂ ਛਡਾ ਲੀਆਂ, ਤੂੰ 100 ਕਰੋੜ ਰੁਪਏ ਦੀ ਜ਼ਮੀਨ ਤੇ ਚੁੱਪ ਕਿਉਂ ਆ। ਇਹਨਾਂ ਦੇ ਦੂਜੇ ਮੈਂਬਰ ਕੋ ਵੀ ਜ਼ਮੀਨ ਹੈ 23 ਕਿੱਲੇ
ਸੀਚੇਵਾਲ ਕੋਲ ਵੀ ਜੀ ਜਿਹੜੇ ਵੱਡੇ এনवायरमेंटलिस्ट ਬਣੇ ਸੀ ਹੁਣ ਲੱਭਦੇ ਨਹੀਂਗੇ ਜ਼ੀਰੇ ਫੈਕਟਰੀ ਦੇ ਵਿੱਚ ਜੀ ਤੇ ਉਹਨੂੰ ਜਦੋਂ ਪੁੱਛਿਆ ਕਿਸੇ ਨੇ ਕਿ ਤੁਹਾਡੇ ਕੋਲ ਵੀ 23 ਕਿੱਲੇ, ਕਹਿੰਦਾ ਜੀ ਮੈਂ ਗਊਆਂ ਦਾ ਪਾਲਣ ਪੋਸ਼ਣ ਕਰਦਾ। ਇਹ ਸੀਚੇਵਾਲ ਦਾ ਥੋੜੋ ਕੰਮ ਹੈਗਾ। ਜੀ ਗਾਈਆਂ ਵਾਸਤੇ ਸਾਡੇ ਪੰਜਾਬ ਸਰਕਾਰ ਦੇ ਹਰ ਬਿਜਲੀ ਦੇ ਬਿੱਲ ਚੋਂ ਕਾਉਸੈਸ ਕੱਟੀ ਕਾਉਸੈਸ ਜਾਂਦੀ ਹੈ। ਕੱਟਿਆ ਜਾ ਰਿਹਾ। ਹਰ ਸ਼ਰਾਬ ਦੀ ਬੋਤਲ ਤੇ ਲੇਬਲ ਪੜੋ, ਉੱਤੇ ਲਿਖਿਆ ਹੋਇਆ ਕਾਉਸੈਸ। ਜਦ ਸਰਕਾਰ ਸੈਂਕੜੇ ਕਰੋੜ ਰੁਪਇਆ ਲੋਕਾਂ ਕੋਲ ਇਕੱਠਾ ਕਰ ਰਹੀ ਹੈ ਤੇ ਗਾਵਾਂ ਦੀ ਦੇਖਭਾਲ ਸੰਭਾਲ ਸਰਕਾਰ ਕਰੇ ਨਾ, ਸੀਚੇਵਾਲ ਕਿਉਂ ਕਰੇ? ਉਹਦੀ ਜ਼ਮੀਨ ਵੀ ਨਹੀਂ ਛਡਾਈ। ਜੀ ਆਹ ਫੌਜਾ ਸਿੰਘ ਸਰਾਰੀ ਤੇ ਮੈਂ ਦੁਬਾਰਾ ਆਉਣਾ ਵਾ, ਇਹਨੂੰ ਕਿਉਂ ਨਹੀਂ ਕੱਢਦੇ ਹੈਗੇ? ਉਹਦਾ ਦੂਜਿਆਂ ਦੇ ਬੜਾ ਸ਼ੋਰ ਮਚਾਉਂਦੇ ਨੇ। ਆਹ ਸਤਿੰਦਰ ਜੈਨ ਨੂੰ ਹਲੇ ਤੱਕ ਮਿਨਿਸਟਰ ਬਣਾ ਕੇ ਰੱਖਿਆ ਹੋਇਆ, ਦੇਖੋ ਕਿੱਡਾ ਕਰਪਟ ਬੰਦਾ। ਕੋਰਟਾਂ ਨੇ ਦਾ ਉਹਨੂੰ ਜ਼ਮਾਨਤ ਨਹੀਂ ਦਿੱਤੀ, 8 ਮਹੀਨੇ ਹੋ ਗਏ ਨੇ। ਔਰ ਰਿਪੀਟਡਲੀ ਉਹਦੇ ਤੇ ਇਲਜ਼ਾਮ ਆਇਆ, ਜਿਹੜਾ ਚੰਦਰਾ ਸ਼ੇਖਰ ਸੁਕੇਸ਼ ਜਿਹੜਾ ਕੌਨਮੈਨ ਸੀ ਤਿਹਾੜ ਜੇਲ੍ਹ 'ਚ, ਉਹ ਕਹਿੰਦਾ 50 ਕਰੋੜ ਰੁਪਇਆ ਮੈਂ ਦਿੱਤਾ ਇਹਨੂੰ ਪ੍ਰੋਟੈਕਸ਼ਨ ਮਨੀ, ਜੇਲ੍ਹ 'ਚ ਠੀਕ ਰਹਿਣ ਵਾਸਤੇ, ਆਪਣੀ ਇੰਜੋਏ ਜਿੱਦਾਂ ਇਹ ਮਾਲਸ਼ਾਂ ਕਰਾ ਰਿਹਾ ਸੀਗਾ। ਫੋਟੋਆਂ ਆਈਆਂ ਸਾਹਮਣੇ, ਵੀਡੀਓ ਆਈਆਂ ਸਾਹਮਣੇ, ਮਤਲਬ 5 ਸਟਾਰ ਤੋਂ ਰੋਟੀ ਖਾ ਰਹੇ ਨੇ। ਵੀ ਹੋਰ ਵੀਆਈਪੀ ਕਲਚਰ ਕੀ ਹੁੰਦਾ ਵਾ? ਖੈਰ ਸਾਹਿਬ, ਇੱਕ ਬੜੀ ਅਹਿਮ ਚੀਜ਼ ਆ, ਜਿਵੇਂ ਅਸੀਂ ਵਾਰ-ਵਾਰ ਜ਼ਿਕਰ ਕਰਦੇ ਨੇ, ਭਗਵੰਤ ਮਾਨ ਹਰੇਕ ਵਾਰ ਸਟੇਜ ਤੋਂ ਆਣ ਕੇ ਇਹੀ ਟਿੱਪਣੀ ਕਰਦੇ, ਕਹਿੰਦੇ ਕਿ ਸਾਨੂੰ ਸਮਾਂ ਦਿਓ। ਨਾਲ ਦੀ ਨਾਲ ਇਹ ਵੀ ਜ਼ਿਕਰ ਕਰ ਦਿੰਦੇ, ਕਹਿੰਦੇ ਕਿ ਜਿਹੜਾ ਪੁਰਾਣਿਆਂ ਨੇ ਸਿਸਟਮ ਖਰਾਬ ਕੀਤਾ ਸੀ ਉਹਨੂੰ ਦਰੁਸਤ ਕਰਨ ਲਈ ਸਮਾਂ ਤਾਂ ਲੱਗੇਗਾ ਨਾ, ਇਸੇ ਕਰਕੇ ਸਮਾਂ ਮੰਗ ਰਹੇ ਆ। ਕਹਿੰਦੇ ਦੇਖੋ ਸਾਲ ਤਾਂ ਹੋ ਚੱਲਿਆ ਜੀ, ਹੁਣ 1/5 ਆਫ ਦਾ ਟੈਨਿਓਰ ਇਜ਼ ਗੋਇੰਗ ਟੂ ਐਂਡ। ਜੀ ਚਲੋ ਮੰਨ ਲਿਆ ਜਿਹੜੇ ਗੁੰਝਲਦਾਰ ਮਸਲੇ ਸੀ ਉਹ ਨਹੀਂ ਸੀ ਹੱਲ ਹੋ ਸਕਦੇ। ਹੁਣ ਲਤੀਫਪੁਰਾ ਤਾਂ ਢਾਉਣ ਦੀ ਲੋੜ ਕੋਈ ਨਹੀਂ ਸੀ ਨਾ ਹੈਗੀ। ਜ਼ੀਰੇ ਦੀ ਮਿੱਲ ਦਾ ਤਾਂ ਕਮ ਸੇ ਕਮ ਲੱਗਦਾ ਇਹਨਾਂ ਦੇ ਉੱਪਰ ਵੀ ਕੋਈ ਕੰਮ ਕਰ ਰਿਹਾ ਇਸ ਵੇਲੇ, ਹੁਕਮ ਕਿਤੇ ਹੋਰ ਆ ਰਹੇ। ਇਹ ਤਾਂ ਹੁਣ ਦੇਖੋ ਆਮ ਜਨਤਾ ਨੂੰ ਪਤਾ। ਇਹਨਾਂ ਦੇ ਆਪਣੇ ਵੋਲੰਟੀਅਰ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਇਹਨਾਂ ਦੇ ਆਮ ਆਦਮੀ ਵਾਲਿਆਂ ਨੇ। ਮੈਂ ਦੋਵਾਂ ਚੋਂ ਦੇ ਟਵੀਟ ਵੀ ਕੀਤੇ ਨੇ ਜੀ। ਉਹ ਕਹਿੰਦੇ ਸਾਰੀ ਸਰਕਾਰ ਹੀ ਦਿੱਲੀੋਂ ਚਲਾ ਰਹੇ ਆ, ਭਗਵੰਤ ਮਾਨ ਦੇ ਪੱਲੇ ਹੀ ਕੁਝ ਨਹੀਂ। ਇਹਨਾਂ ਦੇ ਵਲੰਟੀਅਰ ਆਪ ਕਹਿ ਰਹੇ ਨੇ ਜੀ। ਔਰ ਇਹ ਗੱਲ ਕੋਈ ਲੁਕੀ ਛੁਪੀ ਨਹੀਂ ਗਈ ਕਿ ਰਾਘਵ ਚੱਡਾ, ਉਹਨੂੰ ਦੱਸੋ ਮੈਨੂੰ, ਇੱਕ ਰਾਜ ਸਭਾ ਦੇ ਮੈਂਬਰ ਨੂੰ 50 ਨੰਬਰ ਕੋਠੀ ਕਾਹਦੇ ਲਈ ਦਿੱਤੀ ਜੀ? ਇੱਥੇ ਮਿਨਿਸਟਰ ਹਾਊਸ ਵਿੱਚ ਕਿਉਂ ਦਿੱਤੀ ਆ? ਜੀ। ਰਾਜ ਸਭਾ ਦਾ ਮੈਂਬਰ ਆ, ਉਹਨੂੰ ਦਿੱਲੀ ਸਰਕਾਰੀ ਘਰ ਮਿਲਦਾ ਵਾ। ਜੀ। ਪਾਰਲੀਮੈਂਟ ਦਿੱਲੀ 'ਚ ਆ ਤੇ ਪੰਜਾਬ ਦੇ 2 ਸੈਕਟਰ ਜਿਹੜਾ ਮਿਨਿਸਟਰ ਹਾਊਸ ਜਿੱਥੇ ਪਹਿਲਾਂ ਸ਼ਾਇਦ ਸੁਖਜਿੰਦਰ ਰੰਧਾਵਾ ਰਹਿੰਦੇ ਸੀਗੇ, ਉਹ ਕੋਠੀ ਦੇਣ ਦਾ ਮਤਲਬ ਕੀ ਹੈ ਇਹਨੂੰ? ਇਹਦਾ ਮਤਲਬ ਹੈ ਕਿ ਤੁਸੀਂ ਇੱਕ ਬੰਦੇ ਨੂੰ ਮਤਲਬ ਐਕਸਟਰਾ ਕਨਸਟੀਟਿਊਸ਼ਨਲ ਪਾਵਰਸ ਸੈਂਟਰ ਕ੍ਰੀਏਟ ਕਰਤਾ ਪੰਜਾਬ, ਫਿਰ ਉਹਨੂੰ ਬਣਾਤਾ ਜੀ ਚੇਅਰਮੈਨ। ਅੱਜ ਤੱਕ ਨਹੀਂ ਲਾਇਆ ਉਹਨੂੰ ਚੇਅਰਮੈਨ ਤੋਂ, ਉਹ ਚੈਲੰਜ ਵੀ ਹੋਇਆ। Z+ ਸਿਕਿਉਰਿਟੀ ਇਹਦੇ ਕੋਲ ਆ ਜੀ। 100 ਬੰਦਾ ਕੇਜਰੀਵਾਲ ਲੈ ਗਿਆ ਸਾਡੇ ਪੰਜਾਬ ਦਾ। ਹੋਰ ਸਰਕਾਰ ਬਾਹਰੋਂ ਕਿੱਦਾਂ ਚੱਲਦੀ ਹੁੰਦੀ? ਤੁਸੀਂ ਦੱਸੋ, ਕਦੀ ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਲਏ ਸੀ Z ਸਿਕਿਉਰਿਟੀ ਪੰਜਾਬ ਚੋਂ? ਉਹਨਾਂ ਨੇ ਕਦੀ ਆਪਣੇ ਅਫਸਰ ਸੱਦੇ ਸੀ ਪੰਜਾਬ ਦੇ? ਮਤਲਬ ਅਮਰਿੰਦਰ ਸਿੰਘ ਚੀਫ ਮਿਨਿਸਟਰ ਹੋਵੇ ਤੇ ਚੀਫ ਸੈਕਟਰੀ ਤੇ ਪਾਵਰ ਸੈਕਟਰੀ ਸੋਨੀਆ ਗਾਂਧੀ ਸੱਦ ਰਹੀ ਆ, ਸੱਦੇ ਕਦੀ ਉਹਨਾਂ ਨੇ? ਇਹ ਕਾਂਗਰਸ ਦਾ ਅਗਲਾ ਏਜੰਡਾ ਕੀ ਰਹਿਣ ਵਾਲਾ? ਤੁਹਾਡੀ ਵੀ ਜ਼ਿੰਮੇਵਾਰੀ ਵੱਡੀ ਲਾਈ ਆ ਕਾਂਗਰਸ ਨੇ, ਕਿਸਾਨ ਜਿਹੜੀ ਸੰਘਰਸ਼ ਕਮੇਟੀ ਹੈ ਜਾਂ ਕਾਂਗਰਸ ਦੇ ਵੱਲੋਂ ਲਗਾਤਾਰ ਤੁਹਾਨੂੰ ਅਹੁਦੇ ਤੇ ਬਿਠਾਇਆ ਹੋਇਆ, ਤਾਂ ਉਹਦੇ ਮੁਤਲਕ ਤੁਸੀਂ ਆਪਣੇ ਵੱਲੋਂ ਐਕਸ਼ਨ ਕਰ ਰਹੇ ਹੋ ਆਉਣ ਵਾਲੇ ਸਮੇਂ? ਹਾਂ, ਮੈਂ ਤਾਂ ਹੁਣੇ ਪਿਛਲੇ ਦਿਨੀ ਇੱਕ ਦਿੱਲੀ ਬਹੁਤ ਵੱਡਾ ਪਾਰਲੀਮੈਂਟ ਦੇ ਸਾਹਮਣੇ ਜੰਤਰ ਮੰਤਰ ਤੇ ਪ੍ਰੋਟੈਸਟ ਕੀਤਾ। ਹਜ਼ਾਰਾਂ ਕਿਸਾਨਾਂ ਨੂੰ ਸਾਰੇ ਦੇਸ਼ ਚੋਂ ਸੱਦ ਕੇ MSP ਦੇ ਉੱਤੇ ਜੀ, ਔਰ ਹੋਰ ਬੜੇ ਮੁੱਦੇ ਨੇ। ਮੈਂ ਤਾਂ ਆਪਣਾ ਕਿਸਾਨਾਂ ਦਾ ਜਿਹੜਾ ਮੈਨੂੰ ਜ਼ਿੰਮੇਵਾਰੀ ਦਿੱਤੀ, ਦੈਟ ਆਈ ਐਮ ਟਰਾਈਂਗ ਮਾਈ ਬੈਸਟ ਟੂ ਡੂ। ਲੇਕਿਨ ਪੰਜਾਬ ਦੀ ਕਾਂਗਰਸ ਮੁਤਲਕ ਮੈਂ ਇਹ ਜ਼ਰੂਰ ਕਹੂੰਗਾ, ਮੈਂ ਰੱਖਦਾ, ਮੈਂ ਗੱਲ ਵੀ ਕਰ ਰਿਹਾ ਵਾਂ ਕਿ ਆਪਾਂ ਇਹ ਨਾ ਸਮਝੀ ਜਾਈਏ ਕਿ ਕਿਉਂਕਿ ਪੁਰਾਣਾ ਸਿਸਟਮ ਕੀ ਸੀਗਾ ਕਿ ਇੱਕ ਸਰਕਾਰ ਫੇਲ ਹੁੰਦੀ ਸੀ ਤੇ ਦੂਸਰੀ ਪਾਰਟੀ ਸਮਝਦੀ ਸੀ ਹੋਰ ਲੋਕਾਂ ਨੇ ਜਾਣਾ ਕਿੱਧਰ, ਲਿਆ ਇੱਧਰ ਆ ਗਏ ਨੇ। ਇਹ ਪੰਜਾਬ ਦੇ ਵਿੱਚ ਨਵੀਂ ਇੱਕ ਰਾਜਨੀਤਿਕ ਤਬਦੀਲੀ ਹੋਈ ਆ ਕਿ ਆਵਾਮ ਹੀ ਖੜਾ ਹੋ ਕੇ ਹੋਣ ਲੱਗ ਗਿਆ। ਹੁਣ ਸੰਗਰੂਰ ਦੀ ਇਲੈਕਸ਼ਨ ਹੋਈ ਆ, ਭਗਵੰਤ ਮਾਨ ਦੇ ਤਾਂ ਤੋਤੇ ਲੋਕਾਂ ਨੇ 3 ਮਹੀਨਿਆਂ 'ਚ ਉਡਾਤੇ ਸੀਗੇ, ਲੇਕਿਨ ਉਹਨਾਂ ਨੇ ਵੋਟਾਂ ਕਿਸੇ ਵੀ ਨੈਸ਼ਨਲ ਪਾਰਟੀ ਨੂੰ ਜਾਂ ਮੇਜਰ ਪਾਰਟੀ ਨੂੰ ਨਹੀਂ ਪਾਈਆਂ, ਉਹਨਾਂ ਨੇ ਚੱਕ ਕੇ ਉਹਨੂੰ ਸਿਮਰਨਜੀਤ ਮਾਨ ਨੂੰ ਪਾਤੀਆਂ। ਸੋ ਇਟਸ ਅ ਮੈਟਰ ਆਫ ਕੰਸਰਨ। ਹਾਂ, ਜੇ ਅਸੀਂ ਗੇਰਦਾ ਪਿਆ, ਜੇ ਅਸੀਂ ਕੰਮ ਕਰ ਰਹੇ ਹਾਂ, ਜੇ ਜਨਤਾ ਦੀ ਆਵਾਜ਼ ਅਸੀਂ ਬਣ ਰਹੇ ਹਾਂ, ਤਾਂ ਲੋਕੀ ਤੁਹਾਨੂੰ ਵੋਟ ਕਿਉਂ ਨਹੀਂ ਪਾਉਣਗੇ? ਖੈਰ ਸਾਹਿਬ, ਤੁਹਾਡੇ ਨਾਲ ਵੀ ਤਰਾਸਦੀ ਰਹੀ ਹੈ ਜਦੋਂ ਤੁਸੀਂ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਤੇ ਇਹ ਕਹਿ ਕੇ ਤੁਹਾਨੂੰ ਟਾਰਗੇਟ ਕਰ ਦਿੱਤਾ ਜਾਂਦਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹੋ ਤੁਸੀਂ। ਇਹੀ ਕਾਰਨ ਤੁਹਾਡੇ ਦੱਸੇ ਗਏ ਸੀ ਆਮ ਆਦਮੀ ਪਾਰਟੀ 'ਚ ਤੁਹਾਨੂੰ ਅਲੱਗਾ ਕਰਨ ਦੇ। ਤਾਂ ਇੱਥੇ ਵੀ ਕਾਂਗਰਸ ਦੇ ਵਿੱਚ ਜੇ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ, ਲੱਗਦਾ ਕਿ ਇਦਾਂ ਦੇ ਹਾਲਾਤ ਪੈਦਾ ਹੋ ਸਕਦੇ ਇੱਥੇ ਵੀ? ਦੇਖੋ, ਥੋੜਾ ਜਿਹਾ ਨਾ ਅੱਜ ਦੇ ਡੇਟ ਵਿੱਚ ਸਾਰੇ ਦੇਸ਼ ਵਿੱਚ ਇੱਕ ਨਾ ਕਲਚਰ ਜਿਹੜਾ ਬਣਿਆ ਨਾ, ਇਹ ਪਾਰਟੀਆਂ ਦੇ ਵਿੱਚ ਡਿਸਪਲਿਨ ਦੇ ਨਾਮ ਤੇ ਜ਼ਿਆਦਾ ਮਤਲਬ ਕੀ ਕਹਿੰਦੇ ਆ ਕਿ ਡਿਕਟੇਟਰਸ਼ਿਪ ਚੱਲਣ ਲੱਗ ਗਈ ਹੈ। ਥੋੜੀ ਬਹੁਤੀ ਖੁੱਲ੍ਹ ਚਾਹੀਦੀ ਹੈ। ਇਨਰ ਪਾਰਟੀ ਡੈਮੋਕ੍ਰੇਸੀ ਕੀ ਹੁੰਦੀ ਹੈ ਕਿ ਤੁਸੀਂ ਪਾਰਟੀ ਦੇ ਵਿੱਚ ਆਪਣੀ ਗੱਲ ਰੱਖ ਰਹੇ ਹੋ। ਜੇ ਫਰਜ਼ ਕਰੋ ਕੋਈ ਛੋਟੀ ਮੋਟੀ ਗੱਲ ਪਬਲਿਕ ਡੋਮੇਨ 'ਚ ਵੀ ਕਹਿਤੀ ਹੈ, ਉਹਦੇ 'ਚ ਹੁਣ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਕਿੰਨਾ ਕੁੱਕੜਾਂ ਵਾਂਗੂ ਲੜੇ ਸੀਗੇ ਕਾਂਗਰਸੀ, ਉਹਨਾਂ ਤੇ ਤਾਂ ਕੋਈ ਐਕਸ਼ਨ ਨਹੀਂ ਕਦੀ ਹੋਇਆ। ਇੱਥੇ ਇਦਾਂ ਦੇ ਬੰਦੇ ਨੇ ਜਿਹੜੇ ਸੀਗੇ ਮਿਨਿਸਟਰ, ਉਹਨਾਂ ਨੇ ਆਪਣੇ ਨਿਆਣੇ ਆਜ਼ਾਦ ਲੜਾਤੇ ਤੇ ਸਰਕਾਰੀ ਗੱਡੀਆਂ 'ਚ ਘੁੰਮ ਕੇ ਉਹਨਾਂ ਦੇ ਪ੍ਰਚਾਰ ਕਰਦੇ, ਉਹਨਾਂ ਤੇ ਵੀ ਕੋਈ ਐਕਸ਼ਨ ਨਹੀਂ ਹੋਇਆ। ਤੇ ਮੈਨੂੰ ਇਕੱਲੇ ਨੂੰ ਕੋਈ ਟਾਰਗੇਟ ਕੀਤਾ ਜਾਂਦਾ? ਮੈਂ ਜਦ ਵੀ ਗੱਲ ਕਰਦਾ ਵਾਂ, ਮੈਂ ਜਨਤਾ ਦੇ ਹਿੱਤ ਦੀ ਗੱਲ ਕਰਦਾ, ਔਰ ਮੇਰੀ ਗੱਲ ਕੀਤੀ ਦੇ ਨਾਲ ਜਾਂ ਮੇਰੇ ਗੱਲ ਕਹੇ ਨਾਲ ਪਾਰਟੀ ਦਾ ਕਮਜ਼ੋਰ ਨਹੀਂ ਹੋਣ ਲੱਗੀ, ਪਾਰਟੀ ਮਜ਼ਬੂਤ ਹੋਵੇਗੀ। ਰਾਣਾ ਗੁਰਜੀਤ ਤਾਂ ਇਹ ਵੀ ਕਹਿੰਦੇ ਰਹੇ, ਮੇਰੇ UP
ਯੂਪੀ ਦੇ ਮੁੱਖ ਮੰਤਰੀ ਨਾਲ ਵੀ ਚੰਗੇ ਸੰਬੰਧ ਨੇ, ਮੇਰੇ ਤਾਂ ਨਰਿੰਦਰ ਮੋਦੀ ਨਾਲ ਵੀ ਚੰਗੇ ਸੰਬੰਧ ਨੇ, ਉਹ ਤਾਂ ਸ਼ਰੇਆਮ ਕਹਿੰਦੇ ਰਹੇ। ਤਾਂ ਫਿਰ ਆ ਜਿਹੜਾ ਇਕੱਲਾ ਡਿਸਪਲਿਨ ਚੰਦ ਬੰਦਿਆਂ ਲਈ ਥੋੜਾ ਹੁੰਦਾ। ਮੈਨੂੰ ਤਾਂ ਲੱਗਿਆ ਕੱਲ ਪਰਸੋਂ ਕੋ ਮੈਨੂੰ ਦੱਸ ਰਿਹਾ ਕਿ ਸੁਖਬੀਰ ਬਾਦਲ ਨਾਲ ਵੀ ਕੋਈ ਬੰਦ ਕਮਰੇ 'ਚ 1 ਘੰਟਾ ਮੀਟਿੰਗ ਕੀਤੀ। ਸੋ ਵਾਟ ਇਜ਼ ਦਿਸ ਦੈਨ? then the principles yardstick of discipline should be one for everybody. It cannot be selective. ਆਖਰੀ ਸਵਾਲ ਤੁਹਾਨੂੰ, ਅਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਵੀ ਬੜੇ ਐਕਟਿਵ ਰਹਿੰਦੇ ਹੋ, ਤਾਂ ਉੱਥੇ ਲੋਕ ਅਕਸਰ ਮੈਂ ਟਿੱਪਣੀ ਕਰਦੇ ਪੜ੍ਹੇ ਨੇ, ਉਹ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਵਾਰੀ ਜ਼ਰੂਰ ਪੁੱਛ ਲਿਓ ਕਿ ਖੁਦ ਮੁਖਤਿਆਰੀ ਦੀ ਗੱਲ ਕਰਦੇ ਸੀਗੇ 2022 ਦੀਆਂ ਚੋਣਾਂ ਤੋਂ ਪਹਿਲਾਂ, ਮਿਲੀ ਕਿ ਨਹੀਂ ਮਿਲੀ ਉਹਨਾਂ ਨੂੰ? ਕਿਉਂ ਨਹੀਂ ਮਿਲੀ ਹੈਗੀ? ਮੈਂ ਦੁਬਾਰਾ ਲੋਕਾਂ ਦੀ ਕਚਹਿਰੀ ਵਿੱਚ ਜਿੱਤ ਕੇ ਆਇਆ ਵਾਂ। ਆ ਜਿਹੜਾ ਮੈਂ, ਚਲੋ ਕਾਂਗਰਸ ਹੈ ਨਾ, ਕਾਂਗਰਸ ਵਿੱਚ ਕੁਝ ਗੱਲਾਂ ਨਹੀਂ ਨਾ ਅਲਾਉਡ ਜੀ, ਤੇ ਮੈਂ ਖੁਦ ਮੁਖਤਿਆਰ ਹਾਂ, ਤਾਈਓ ਮੈਂ ਲਤੀਫਪੁਰੇ ਵੀ ਗਿਆ ਵਾਂ, ਮੈਂ ਬਰਗਾੜੀ ਦੇ ਮੋਰਚੇ ਵਿੱਚ ਵੀ ਜਾਂਦਾ ਵਾਂ, ਮੈਂ ਜ਼ੀਰੇ ਦੀ ਡਿਸਟਿਲਰੀ ਵਿੱਚ ਵੀ ਗਿਆ ਵਾਂ। ਜਿੱਥੇ ਮੈਨੂੰ ਲੱਗਦਾ ਕਿ ਪੰਜਾਬ ਦੇ ਹਿੱਤ ਦੀ ਗੱਲ ਤੇ ਲੋਕਾਂ ਦੀ ਗੱਲ ਹੋ ਰਹੀ ਆ, ਮੈਨੂੰ ਤਾਂ ਕੋਈ ਰੋਕਦਾ ਨਹੀਂਗਾ। ਔਰ ਜਿਹੜੀ ਇਹ ਖੁਦ ਮੁਖਤਿਆਰੀ ਦੀ ਗੱਲ ਅਸੀਂ ਕਰ ਰਹੇ ਸੀਗੇ, ਬੇਸਿਕਲੀ ਕੀ ਆ ਕਿ ਮੈਂ ਹੁਣ ਤੁਹਾਡੇ ਸਾਹਮਣੇ ਕੰਪੈਰੀਜ਼ਨ ਕਰ ਤਾਂ ਦਿੱਤਾ ਵਾ ਕਿ ਕਾਂਗਰਸ ਮੰਨ ਲਿਆ ਕਿ ਦਿੱਲੀੋਂ ਹਾਈ ਕਮਾਂਡ ਚਲਾਉਂਦੀ ਆ, ਪਰ ਕੀ ਉਹ ਸਾਨੂੰ ਕਿਸੇ ਛੋਟੀ ਛੋਟੀ ਗੱਲ ਦੇ ਉੱਤੇ ਟੋਕਦੇ ਰੋਕਦੇ ਨੇ? 1 ਮਿੰਟ ਮੈਨੂੰ ਕੰਪਲੀਟ ਕਰ ਲੈਣ ਜੀ। ਕੀ ਸਾਡੀ ਪਾਰਟੀ ਦੇ ਹਾਈ ਕਮਾਂਡ ਨੇ ਕਦੀ ਪੰਜਾਬ ਦੇ ਅਫਸਰ ਡਾਇਰੈਕਟਲੀ ਸੱਦੇ ਨੇ? ਚੀਫ ਮਿਨਿਸਟਰ ਪੰਜਾਬ 'ਚ ਕਾਂਗਰਸ ਦਾ ਹੋਵੇ, ਉਹਨੂੰ ਬਾਈਪਾਸ ਕਰਕੇ ਕਦੀ ਉਹਨਾਂ ਨੇ ਕੋਈ ਚੇਅਰਮੈਨ ਲਾਇਆ ਚੀਫ ਮਿਨਿਸਟਰ ਦੇ ਉੱਤੇ? ਦੱਸੋ ਨਾ ਮੈਨੂੰ, ਕੋਈ ਲਾਇਆ ਰਾਘਵ ਚੱਡਿਆ ਵਾਂਗੂ? ਸੋ ਦੇਰ ਇਜ਼ ਅ ਡਿਫਰੈਂਸ। ਕੇਜਰੀਵਾਲ ਦੀ ਜਿਹੜੀ ਪਾਰਟੀ ਬੇਸਿਕਲੀ ਪ੍ਰਾਇਮਰੀਲੀ ਆ, ਇਹ 1 ਮੈਨ ਪਾਰਟੀ ਆ ਜੀ। ਇਹ ਪਾਰਟੀ ਘੱਟ ਤੇ ਇੱਕ ਕਲਟ ਜ਼ਿਆਦਾ ਪੈਦਾ ਕੀਤਾ ਜਾ ਰਿਹਾ, ਜਿੱਦਾਂ ਨਾ ਵਰਸ਼ਿਪ ਕਲਟ ਹੁੰਦਾ, ਕਿਸੇ ਦੀ ਪੂਜਾ ਕਰਨੀ ਹੁੰਦੀ, ਜਿੱਦਾਂ ਮੋਦੀ ਸਾਹਿਬ ਦੀ ਪੂਜਾ ਕਰਦੀ ਬੀਜੇਪੀ। ਕੇਜਰੀਵਾਲ ਉਸ ਟਰੈਕ ਦੇ ਉੱਤੇ, ਬੀਜੇਪੀ ਦੇ ਟਰੈਕ ਤੇ, ਕਿ ਪੂਜਾ ਟਾਈਪ ਪਾਰਟੀ ਬਣ ਗਈ ਹੈ। ਵੈਸੇ ਵਾਈਡਰ ਪਰਸਪੈਕਟਿਵ ਤੇ ਇੱਕ ਸਵਾਲ ਪੁੱਛਣ ਦੀ ਕੋਸ਼ਿਸ਼ ਕਰਾਂ, ਉਹਦੇ ਨਾਲ ਹੀ ਆਪਾਂ ਖਤਮ ਕਰਦੇ ਹਾਂ ਇੰਟਰਵਿਊ। ਲੱਗਦਾ ਕਿ ਪੰਜਾਬ ਦਾ ਮਾਹੌਲ ਇੱਕ ਸਾਜ਼ਿਸ਼ ਦੇ ਤਹਿਤ ਖਰਾਬ ਕੀਤਾ ਜਾ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਸ਼ਟਰਪਤੀ ਕਾਨੂੰਨ ਲਾਗੂ ਕਰਨ ਦੀਆਂ ਤਰਕੀਬਾਂ ਕਿਸੇ ਨਾ ਕਿਸੇ ਗਾਹੇ ਬਗਾਹੇ ਚੱਲ ਰਹੀਆਂ ਨੇ ਤੁਹਾਡੇ ਹਿਸਾਬ ਨਾਲ? ਅੱਜ ਦੀ ਡੇਟ 'ਚ ਕਹਿਣਾ ਬੜਾ ਮੁਸ਼ਕਿਲ ਹੈਗਾ, ਪਰ ਜੇ ਫਰਜ਼ ਕਰੋ 1 ਮਿੰਟ ਵਾਸਤੇ ਕੋਈ ਸਾਜ਼ਿਸ਼ ਵੀ ਹੈ, ਤੇ ਫਿਰ ਚੀਫ ਮਿਨਿਸਟਰ ਕੀ ਕਰਦਾ? ਹੋਮ ਮਿਨਿਸਟਰ ਵੀ ਉਹ ਆ। ਉਹ ਆਪ ਤਾਂ ਗੁਜਰਾਤ ਤੇ ਹਿਮਾਚਲ 'ਚ ਫਿਰੀ ਜਾਂਦਾ, ਇੱਥੇ ਲੋਕਾਂ ਦੇ ਕਤਲੋ ਗਾਰਤ ਹੋ ਰਹੀ ਆ। ਹਿਮਾਚਲ ਤੇ ਗੁਜਰਾਤ ਤੱਕ ਖਤਮ ਹੋ ਗਿਆ। ਹਾਂ, ਤੇ ਹਲੇ ਵੀ ਕਿੱਥੇ ਲੱਭਦੇ ਨੇ ਇਹਨਾਂ ਨੂੰ? ਜੇ ਇਹਨਾਂ ਨੂੰ ਲੱਗਦਾ ਵਾ ਕਿ ਏਜੰਸੀਆਂ ਜਾਂ ਕੋਈ ਇਦਾਂ ਦਾ ਸ਼ਰਾਰਤ ਕੀਤੀ ਜਾ ਰਹੀ, ਤਾਂ ਫਿਰ ਆਲ ਦ ਮੋਰ ਜ਼ਿਆਦਾ ਫੋਕਸ ਹੋਣਾ ਚਾਹੀਦਾ, ਕਿਉਂਕਿ ਲਾਅ ਐਂਡ ਆਰਡਰ ਵੱਡਾ ਇਸ਼ੂ ਪੰਜਾਬ ਦੇ ਵਿੱਚ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਲਾਅ ਐਂਡ ਆਰਡਰ ਕੰਟੀਨਿਊਸ ਟੂ ਬੀ। ਮੂਸੇਵਾਲੇ ਦੇ ਕਤਲ ਤੋਂ ਬਾਅਦ ਅੱਜ ਤੱਕ ਮੈਨੂੰ ਲੱਗਦਾ ਟਾਰਗੇਟ ਕਿਲਿੰਗਸ ਪੰਜਾਬ ਦੇ ਵਿੱਚ 200 ਦੇ ਕਰੀਬ ਹੋ ਚੁੱਕੀਆਂ, ਮਰਡਰਸ। ਔਰ ਇੰਨੇ ਫੋਨ ਆ ਰਹੇ ਨੇ, ਮੇਰੇ ਹਲਕੇ 'ਚ ਵੀ ਆਏ ਨੇ, ਬਲਕਿ ਮੇਰੇ ਬਹੁਤ ਨਜ਼ਦੀਕੀ ਬੰਦਿਆਂ ਨੂੰ ਫੋਨ ਆਏ ਨੇ ਐਕਸਟੋਰਸ਼ਨ ਦੇ, ਗੈਂਗ। ਹਾਂ। ਔਰ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਜਨਤਾ ਪੁਲਿਸ ਕੋ ਜਾਂਦੀ ਕਿ ਨਹੀਂ ਜਾਂਦੀ, ਬਹੁਤ ਸਾਰੇ ਸੈਟਲ ਕਰੀ ਜਾਂਦੇ ਨੇ ਆਊਟ ਆਫ ਪੁਲਿਸ ਡੋਮੇਨ। ਸੋ ਹਾਂ, ਦਿੰਦੇ ਨੇ ਲੋਕੀ, ਮਜਬੂਰੀ ਹੈ, ਮਜਬੂਰੀ। ਉਹਨਾਂ ਨੂੰ ਪਤਾ ਪੁਲਿਸ ਕੋਲ ਗਏ ਤੇ ਉਹੀ ਹਸ਼ਰ ਹੋਊਗਾ ਜਿਹੜਾ ਇੱਕ ਵਿਚਾਰਾ ਗਿੱਦੜਬਾਏ ਦਾ ਬੱਚਾ ਮਾਰ ਦਿੱਤਾ, ਹਰਮਨ ਕੀ ਨਾਮ ਸੀ, ਸ਼ਰਮਾ ਦੇ ਵਿੱਚ ਨਹੀਂ, ਗਿੱਦੜਬਾਏ 'ਚ ਵੀ ਮਾਰਿਆ ਜੀ, ਇੱਕ ਨਕੋਦਰ ਵੀ ਹੋਈ ਹੈ। ਸੋ ਇਸ ਕਰਕੇ ਲਾਅ ਐਂਡ ਆਰਡਰ ਬਹੁਤ ਵੱਡਾ ਇੱਕ ਮੇਨ ਇਸ਼ੂ ਹੈ। ਇਹਦੇ 'ਚ ਲਾਸਟ ਮੈਂ ਇੱਕ ਗੱਲ ਹੋਰ ਐਡ ਕਰਨੀ ਕਿ ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮੈਂ ਉਹੀ ਸਵਾਲ ਕਰਨ ਲੱਗਾ ਸੀਗਾ। ਹਾਂ, ਅੱਜ ਜਿਹੜਾ ਉੱਥੇ ਬਾਲ ਦਿਵਸ ਮਨਾਇਆ ਜਾ ਰਿਹਾ, ਇਹ ਨਾਮ ਗਲਤ ਹੈ। ਇਹ ਮੈਂ SGPC ਨਾਲ ਜਾਂ ਕੋ ਅਕਾਲੀਆਂ ਨਾਲ ਕਦੀ ਸਹਿਮਤ ਨਹੀਂ ਹੋਇਆ, ਲੇਕਿਨ SGPC ਦੀ ਜੇ ਡਿਮਾਂਡ ਬੜੀ ਵਾਜਬ ਹੈ ਕਿ ਉਹਨਾਂ ਦੀ ਸ਼ਹਾਦਤ ਅਨਪੈਰਲਲਡ ਸੈਕਰੀਫਾਈਸ ਹੈ ਵਰਲਡ ਦੀ। ਬਾਕੀ ਜਨਤਾ ਨੇ, ਦੁਨੀਆ ਦੇ ਇੱਧਰ ਉੱਧਰ ਲੋਕਾਂ ਨੇ ਲੜਦਿਆਂ ਭਿੜਦਿਆਂ ਨੇ ਕੋਈ ਦੇਸ਼ ਫਤਿਹ ਕਰਨਾ, ਕੋਈ ਕਬਜ਼ਾ ਕਰਨਾ, ਕੋਈ ਕਿਸੇ ਨੇ ਆਪਣੇ ਦੇਸ਼ ਨੂੰ ਬਚਾਉਣਾ, ਉਹ ਸ਼ਹਾਦਤਾਂ ਠੀਕ ਆ। ਇਹ ਤਾਂ ਸ਼ਹਾਦਤਾਂ ਹੀ ਮਨੁੱਖਤਾ ਲਈ ਆ। ਜਸਟ ਇਮੈਜਿਨ ਅਗਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਕਸ਼ਮੀਰ ਦੇ ਪੰਡਤਾਂ ਲਈ ਹਾਂ ਦਾ ਨਾਰਾ ਨਾ ਮਾਰਿਆ ਹੁੰਦਾ ਤੇ ਆਪਣਾ ਸੀਸ ਦਾ ਬਲੀਦਾਨ ਨਾ ਕੀਤਾ ਹੁੰਦਾ, ਤੇ ਕਿਸ ਪੱਧਰ ਦੇ ਇਸਲਾਮ ਹੋਣਾ ਸੀ। ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਆਪਾਂ ਸਰਬੰਸਦਾਨੀ ਕਹਿੰਦੇ ਆ, ਜੇ ਉਹਨਾਂ ਦੇ ਬੱਚੇ ਈਨ ਮੰਨ ਜਾਂਦੇ ਉੱਥੇ, ਉਹਨਾਂ ਦੇ ਸਾਹਿਬਜ਼ਾਦੇ, ਤੇ ਮੇਰੀ ਗੱਲ ਯਕੀਨ ਨਾਲ ਯਾਦ ਰੱਖਣਾ ਕਿ ਇਹ ਜਿਹੜਾ ਪੰਜਾਬ ਦੇ, ਜਿਹੜਾ ਇਸ ਦੇਸ਼ ਦਾ ਬਾਰਡਰਸ ਹੈ ਨਾ, ਇਹ ਡਿਫਰੈਂਟ ਹੋਣੇ ਸੀਗੇ। ਬਿਲਕੁਲ। ਤਾਈਓ ਕਿਸੇ ਇੱਕ ਬੜੇ ਅੱਛੇ ਸੱਜਣ ਨੇ ਲਿਖਿਆ, ਸ਼ਾਇਦ ਬੁੱਲੇ ਸ਼ਾਹ ਜੀ ਨੇ ਲਿਖਿਆ ਜਾਂ ਆਪਣੇ ਉਹਨਾਂ ਨੇ ਲਿਖਿਆ ਵਾ, ਯਾਰ ਅੱਲਾ ਖਾਨ ਹੋਣਾ ਨੇ, ਉਹਨਾਂ ਨੇ ਲਿਖਿਆ ਸ਼ਾਇਦ ਕਿਸੇ ਨੇ, ਕਿ ਨਾ ਕਰੂੰ ਅਬ ਕੀ ਨਾ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁन्नत ਹੋਤੀ ਸਭ ਕੀ। ਸੋ ਤੁਸੀਂ ਹੁਣ ਕਹਿੰਦੇ ਜੀ ਬਾਲਵੀਰ ਹੈ, ਇਹ ਸਾਹਿਬਜ਼ਾਦਾ ਸ਼ਹਾਦਤ ਦਿਵਸ ਹੋਣਾ ਚਾਹੀਦਾ। ਆਈ ਸਪੋਰਟ ਦ ਡਿਮਾਂਡ ਆਫ SGPC। ਬਹੁਤ ਸ਼ੁਕਰੀਆ ਖਹਿਰਾ ਸਾਹਿਬ। ਸੋ ਇਸ ਸਨ ਸੁਖਪਾਲ ਸਿੰਘ ਖਹਿਰਾ। ਤਮਾਮ ਮਸਲਿਆਂ ਤੇ ਬੜੇ ਵਿਭਾਗ ਢੰਗ ਦੇ ਨਾਲ ਗੱਲਬਾਤ ਹੋਈ ਹੈ, ਬੜੀਆਂ ਟਿੱਪਣੀਆਂ ਆਪਣੇ ਹਿਸਾਬ ਨਾਲ ਜਿਵੇਂ ਅਕਸਰ ਕਰਦੇ ਨੇ ਸੁਖਪਾਲ ਸਿੰਘ ਖਹਿਰਾ ਕੀਤੀਆਂ ਨੇ। ਬਹੁਤ ਸਾਰੇ ਸਵਾਲ ਸਾਡੇ ਜ਼ਿਹਨ ਦੇ ਵਿੱਚ ਵੀ ਸੀਗੇ ਜਿਹੜੇ ਲੋਕਾਂ ਦੇ ਜ਼ਰੀਏ ਸਾਡੇ ਤੱਕ ਪਹੁੰਚੇ ਸੀ, ਪੁੱਛਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਫਿਲਹਾਲ ਇੱਥੇ ਤੁਹਾਡੇ ਤੋਂ ਅਗਲੀਆਂ ਬਹੁਤ ਬਹੁਤ ਧੰਨਵਾਦ।